च कुला जुलाहरा भयो गुणी गहीरा। रविदास टवंता टूर नीत तिन त्यागी माया। रविदास टवंदा टूर नीत तिन त्यागी माया। प्रगट हुआ साध संग हर दर्शन पाया। सैन नाई बुतकारिया ओह घर घर सुनिया। हिरदै वसिया पार ब्रह्म भगता मह गणिया। एह बिद सुन के जट रो उठ भगति लागा। मिलै प्रतख गुसैया धना वड भागा। एह बिद सुन के जट रो उठ भगति लागा। मिलै प्रतख गुसैया धना वड भागा। सुखो टल गुर सेव अहनिस सहज सुभाए। दर्शन परसिए गुरु के जन्म मरण दुख जाए। सिफत तिक संबंधी नूर अरसों कुरसों चटिया। सच्चे पातशाह जन्म जन्म दी कटिया। सच्चे पातशाह माल जन्म जन्म दी कटिया। सतनाम श्री वाहिगुरु साहिब जीओ। वडहंस महला तीजा। ए मन मेरिया आवा गौण संसार है। अंत सच नबेरा राम। आपे सच्चा बख्श ले फिर होए ना फेरा राम। फिर होए ना फेरा अंत सच नबेड़ा। गुरमुख मिलै वड्याई। साचे रंग राते सहजे माते सहजे रह समाई। सच्चा मन पाया सच वसाया। शब्द रते अंत नबेरा। नानक नाम रते से सच समाने बहुर ना भौजल फेरा। ए मन मेरे आवा गौण संसार है। अंत सच नबेड़ा राम। वाहिगुरु जी का खालसा वाहिगुरु जी की फतेह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰੂ ਜੀਆਂ ਨੇ ਅੰਮ੍ਰਿਤ ਵੇਲੇ ਦਾ ਇਹ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ। ਵੱਡਿਆਂ ਭਾਗਾਂ ਵਾਲੇ ਬਣੇ ਆ ਜੋ ਅੱਜ ਦਾ ਇਹ ਅੰਮ੍ਰਿਤ ਵੇਲਾ ਪ੍ਰਾਪਤ ਹੋਇਆ ਹੈ। ਨਹੀਂ ਤੇ ਕਈ ਇਹੋ ਜਿਹੇ ਸਰੀਰ ਨੇ ਜਿਨ੍ਹਾਂ ਨੂੰ ਇਹ ਨਵੇਂ ਦਿਨ ਦੀ ਪ੍ਰਾਪਤੀ ਨਹੀਂ ਹੈ।
ਪਰਮਾਤਮਾ ਨੇ ਸਮਾਂ ਮੁਕਾ ਦਿੱਤਾ, ਸਰੀਰ ਮੁਕਾ ਦਿੱਤਾ। ਵੱਡੇ ਭਾਗ ਨੇ ਜੋ ਸਾਡੇ ਕੋਲ ਸਮਾਂ ਵੀ ਹੈ, ਸਾਡੇ ਕੋਲ ਸਰੀਰ ਵੀ ਹੈ, ਸਾਨੂੰ ਇਹ ਦਿਨ ਵੀ ਪ੍ਰਾਪਤ ਹੋ ਰਿਹਾ ਔਰ ਗੁਰੂ ਦੀ ਸੰਗਤ ਵਿੱਚ ਬੈਠ ਕੇ ਅਸੀਂ ਨਾਮ ਬਾਣੀ ਨੂੰ ਸਰਵਣ ਵੀ ਕਰ ਰਹੇ ਹਾਂ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਦਾਤ ਸਾਨੂੰ ਪ੍ਰਾਪਤ ਹੋਈ ਹੈ। ਸਤਿਗੁਰਾਂ ਦਾ ਸ਼ੁਕਰਾਨਾ ਕਰਨ ਹਿਤ, ਧੰਨਵਾਦ ਕਰਨ ਹਿਤ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਪਹੁੰਚੇ ਹੋ। ਗੁਰਬਾਣੀ ਦੇ ਕੀਰਤਨ ਔਰ ਨਿਤਨੇਮ ਆਪ ਸੰਗਤਾਂ ਨੇ ਸਰਵਣ ਕੀਤੇ। ਲੜੀਵਾਰ ਕਥਾ ਜੋ ਆਪਾਂ ਰੋਜ਼ ਸਰਵਣ ਕਰਦੇ ਹਾਂ, ਆਓ ਮਨ ਨੂੰ ਟਿਕਾਈਏ, ਭਾਵਨਾ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਏ ਮਨ ਮੇਰਿਆ ਆਵਾਗੌਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਇਹ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰਾਂ ਦੇ ਪਰਥਾਏ ਬਚਨ ਹਨ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਭੱਲੇ ਜੋ ਹੈ ਮਹਾਰਾਜ ਦੀ ਗੋਤ ਹੈ। ਭੱਲਿਆਂ ਦੀ ਗੋਤ ਵਿੱਚ, ਖਾਨਦਾਨ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਅਵਤਰੇ ਨੇ, ਪ੍ਰਗਟ ਹੋ ਕੇ ਆਏ। ਭੱਟ ਜਨ ਕਹਿਣ ਲੱਗੇ, ਇਹ ਭੱਲਿਆਂ ਦੀ ਕੁੱਲ ਨੂੰ ਭਾਗ ਲਾਉਣ ਵਾਲੇ ਗੁਰੂ ਅਮਰਦਾਸ ਪਾਤਸ਼ਾਹ ਜੀ, ਤੁਹਾਡੀ ਉਪਮਾ ਤੁਹਾਨੂੰ ਬਾਣ ਆਉਂਦੀ ਹੈ। ਸੋ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਕਈ ਵਾਰ ਅਸੀਂ ਭੱਲੇ ਸ਼ਬਦ ਨੂੰ ਭਲੇ ਵੀ ਪੜ੍ਹ ਜਾਂਦੇ ਹਾਂ। ਕੁਝ ਲੋਕ ਆਖਦੇ ਨੇ ਵੀ ਲਿਖਿਆ ਹੋਇਆ ਭਲੇ ਅਮਰਦਾਸ ਗੁਣ ਤੇਰੇ। ਸੋ ਭਲੇ ਨਹੀਂ ਹੈ, ਭੱਲੇ ਸ਼ਬਦ ਹੈ, ਕਿਉਂਕਿ ਮਹਾਰਾਜ ਦੀ ਗੋਤ ਹੈ। ਗੋਤਰ ਨੂੰ ਸੰਬੋਧਨ ਕਰਦਿਆਂ ਹੋਇਆਂ ਸੰਬੰਧਤ ਇਹ ਜਿਹੜੇ ਸ਼ਬਦ ਨੇ ਇਹ ਭੱਟਾਂ ਨੇ ਉਚਾਰੇ ਨੇ। ਜਿਵੇਂ ਆਪਾਂ ਆਮ ਹੀ ਕਿਸੇ ਦਾ ਨਾਮ ਲੈ ਕੇ, ਗੋਤ ਦਾ ਨਾਮ ਲੈ ਕੇ ਜਾਂ ਜਾਤ ਦਾ ਨਾਮ ਲੈ ਕੇ ਆਵਾਜ਼ ਮਾਰਦੇ ਹਾਂ ਜਾਂ ਸ਼ੋਭਾ ਕਰਦੇ ਹਾਂ, ਵਡਿਆਈ ਕਰਦੇ ਹਾਂ। ਸੋ ਭੱਟਾਂ ਨੇ ਮਹਾਰਾਜ ਦੀ ਵਡਿਆਈ ਕਰਨ ਵਾਸਤੇ ਉਹਨਾਂ ਦੇ ਗੋਤਰ ਨੂੰ ਲੈ ਕੇ ਉਹਨਾਂ ਨੂੰ ਬੁਲਾਇਆ ਕਿ ਆਪ ਜੀ ਐਸੀ ਕੁੱਲ ਨੂੰ ਭਾਗ ਲਾਉਣ ਵਾਲੇ ਹੋ, ਤੁਹਾਡੀ ਉਪਮਾ ਤੁਹਾਨੂੰ ਬਾਣ ਆਉਂਦੀ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦਾ ਇਹ ਸ਼ਬਦ ਹੈ। ਮਹਾਰਾਜ ਕਹਿਣ ਲੱਗੇ, ਇਹ ਮਨ ਮੇਰਿਆ, ਇਹ ਮੇਰਿਆ ਮਨਾ, ਆਵਾਗੌਣ ਸੰਸਾਰ ਹੈ। ਇਹ ਜਿਹੜਾ ਸਾਰਾ ਸੰਸਾਰ ਹੈ ਨਾ, ਇਹ ਆਵਾਗੌਣ ਹੈ। ਆਵਾਗੌਣ ਤੋਂ ਮਤਲਬ ਹੈ ਆਉਣ ਜਾਣ ਵਾਲਾ, ਜੰਮ ਕੇ ਆਈ ਜਾਂਦਾ ਹੈ, ਮਰ ਕੇ ਤੁਰਿਆ ਜਾਂਦਾ ਹੈ। ਜਿਵੇਂ ਨਦੀ ਦਾ ਪਾਣੀ ਹੈ, ਨਦੀ ਦਾ ਪਾਣੀ ਆਈ ਜਾਂਦਾ ਹੈ, ਚਲਿਆ ਜਾਂਦਾ ਹੈ, ਇਸੇ ਤਰ੍ਹਾਂ ਸੰਸਾਰ ਹੈ। ਸਾਡੇ ਮਨ ਵਿੱਚ ਸਵਾਲ ਪੈਦਾ ਹੋ ਜਾਂਦਾ ਹੈ ਵੀ ਜੇ ਸੰਸਾਰ ਤੁਰਿਆ ਜਾਂਦਾ ਹੈ ਫਿਰ ਇਹ ਭਰਿਆ ਭਰਿਆ ਕਿਉਂ ਲੱਗਦਾ ਹੈ। ਇਸੇ ਤਰ੍ਹਾਂ ਹੀ ਅਸੀਂ ਵੇਖਦੇ ਹਾਂ, ਦੁਨੀਆ ਇਸੇ ਤਰ੍ਹਾਂ ਹੀ ਭਰੀ ਹੋਈ ਹੈ, ਇਸ ਤਰ੍ਹਾਂ ਹੀ ਲੋਕ ਆਏ ਹੋਏ, ਫਿਰ ਮੁੱਕਦਾ ਕਿਉਂ ਨਹੀਂ ਹੈ। ਜਿਵੇਂ ਸਾਨੂੰ ਨਦੀ ਭਰੀ ਹੋਈ ਲੱਗਦੀ ਹੈ, ਪਰ ਨਦੀ ਭਰੀ ਤਾਂ ਹੈ ਕਿਉਂਕਿ ਪਿੱਛੋਂ ਪਾਣੀ ਆਈ ਜਾ ਰਿਹਾ, ਅਗਲਾ ਪਾਣੀ ਅੱਗੇ ਜਾਈ ਜਾ ਰਿਹਾ। ਪਾਣੀ ਇੱਕ ਥਾਂ 'ਤੇ ਖਲੋਤਾ ਨਹੀਂ ਹੈ, ਤੁਰਿਆ ਜਾਂਦਾ, ਪਿੱਛੋਂ ਤਾਜ਼ਾ ਆਉਂਦਾ, ਅਗਲਾ ਅੱਗੇ ਤੁਰ ਜਾਂਦਾ। ਇਸੇ ਤਰ੍ਹਾਂ ਸੰਸਾਰ ਹੈ। ਸੰਸਾਰ ਵਿੱਚ ਜਿਹੜੇ ਜੀਵ ਤੁਰੇ ਜਾਂਦੇ ਨੇ, ਉਹਦੇ ਨਾਲ ਨਾਲ ਪਰਮਾਤਮਾ ਜਨਮ ਦੇ ਕੇ ਵੀ ਸੰਸਾਰ ਵਿੱਚ ਭੇਜੀ ਜਾ ਰਿਹਾ ਹੈ। ਜਿਵੇਂ ਰੁੱਖਾਂ ਦੇ ਪੱਤੇ ਨੇ, ਪੁਰਾਣੇ ਪੱਤੇ ਬੁੱਢੇ ਹੋ ਕੇ, ਬਜ਼ੁਰਗ ਹੋ ਕੇ, ਸੁੱਕ ਕੇ, ਟੁੱਟ ਕੇ ਧਰਤੀ 'ਤੇ ਡਿੱਗ ਪੈਂਦੇ, ਪਰ ਰੁੱਖ ਗੰਜਾ ਨਹੀਂ ਹੋ ਜਾਂਦਾ, ਉਹਦੀ ਥਾਂ 'ਤੇ ਨਵੇਂ ਪੱਤੇ ਹੋਰ ਆ ਜਾਂਦੇ, ਫਿਰ ਉਸੇ ਤਰ੍ਹਾਂ ਹੀ ਹਰਿਆ ਭਰਿਆ ਰਹਿੰਦਾ। ਇਸੇ ਤਰ੍ਹਾਂ ਇਹ ਸੰਸਾਰ ਹੈ। ਮਹਾਰਾਜ ਕਹਿਣ ਲੱਗੇ, ਆਵਾਗੌਣ ਸੰਸਾਰ। ਆਵਾਗੌਣ ਤੋਂ ਮਤਲਬ ਆਉਣ ਜਾਣ ਵਾਲਾ। ਇੱਕ ਪਾਸੇ ਦੁਨੀਆ ਜਨਮ ਲੈ ਕੇ ਤੁਰੀ ਆਉਂਦੀ ਹੈ ਬੱਚੇ ਦੇ ਰੂਪ ਦੇ ਵਿੱਚ, ਅਤੇ ਦੂਜੇ ਪਾਸੇ ਦੁਨੀਆ ਸਰੀਰ ਛੱਡ ਕੇ ਤੁਰੀ ਜਾਂਦੀ ਹੈ। ਇਹ ਸਾਰਾ ਸੰਸਾਰ ਆਉਣ ਜਾਣ ਵਾਲਾ ਹੈ। ਇਹ ਮਨ ਮੇਰਿਆ ਆਵਾਗੌਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ। ਅੰਤ ਵੇਲੇ ਰੱਬ ਦੀ ਦਰਗਾਹ ਦੇ ਵਿੱਚ ਫੈਸਲਾ ਸੱਚ ਦਾ ਹੀ ਹੋਣਾ ਹੈ। ਤੂੰ ਕਿੰਨਾ ਸੱਚ ਦੇ ਨਾਲ ਜੁੜਿਆ, ਤੂੰ ਕਿੰਨਾ ਸੱਚ ਦੇ ਨਾਲ ਖੜਿਆ, ਕਿੰਨੇ ਪਾਪ ਕਰਮ ਕਿੰਨੇ ਪੁੰਨ ਕਰਮ ਕੀਤੇ, ਇਸ ਚੀਜ਼ ਦੇ ਉੱਪਰ ਨਿਬੇੜਾ ਹੋਵੇਗਾ।
ਮਹਾਰਾਜ ਸਾਹਿਬ ਜੀਆਂ ਦਾ ਬਚਨ ਹੈ, ਧਰਮ ਰਾਏ ਜਬ ਲੇਖਾ ਮੰਗੈ ਤਬ ਕਿਆ ਮੁਖ ਲੈ ਕੇ ਜਾਏਗਾ। ਜਿਸ ਵੇਲੇ ਧਰਮਰਾਜ ਦੀ ਕਚਹਿਰੀ ਦੇ ਵਿੱਚ ਹਿਸਾਬ ਹੋਵੇਗਾ, ਉਸ ਵੇਲੇ ਤੇਰੇ ਪਾਪਾਂ ਤੇ ਪੁੰਨਾਂ ਨੂੰ ਵਾਚਿਆ ਜਾਏਗਾ, ਤੇ ਫਿਰ ਤੂੰ ਕੀ ਮੂੰਹ ਵਿਖਾਵੇਂਗਾ ਆਪਣੇ ਗੁਰੂ ਦੇ ਸਾਹਮਣੇ ਵੀ ਮੈਂ ਇਹ ਪਾਪ ਕਰਮ ਕਰਕੇ ਆਇਆ ਹਾਂ। ਮਹਾਰਾਜ ਕਹਿਣ ਲੱਗੇ ਅੰਤ ਸੱਚ ਨਵੇੜਾ ਰਾਮ, ਅੰਤ ਵੇਲੇ ਤੇਰਾ ਨਵੇੜਾ ਜਿਹੜਾ ਨਾ ਸੱਚੇ ਫੈਸਲੇ ਦੇ ਉੱਪਰ ਹੋਣਾ ਹੈ। ਸੱਚਾ ਫੈਸਲਾ ਪਰਮਾਤਮਾ ਦਾ, ਉਹਦੇ ਫੈਸਲੇ ਦੇ ਉੱਪਰ ਤੇਰਾ ਨਵੇੜਾ ਹੋਣਾ ਵੀ ਤੇਰੇ ਨਾਲ ਕੀ ਹੋਣਾ ਹੈ, ਤੂੰ ਕਿੰਨਾ ਕੁ ਸੱਚ ਦੇ ਨਾਲ ਖੜਿਆ, ਕਿੰਨੀ ਕੁ ਸੱਚ ਦੀ ਕਮਾਈ ਕੀਤੀ ਹੈ। ਇਹ ਬਚਨ ਮਹਾਰਾਜ ਬਖਸ਼ਦੇ। ਫਿਰ ਫਰਮਾਉਂਦੇ ਹਨ, ਇਹ ਮਨ ਮੇਰਿਆ ਆਵਾਗੌਣ ਸੰਸਾਰ ਹੈ, ਅੰਤ ਸੱਚ ਨਵੇੜਾ ਰਾਮ। ਸਤਿਗੁਰੂ ਫਰਮਾਉਂਦੇ ਸੰਸਾਰ ਤੇ ਭਾਈ ਆਵਾਗੌਣ ਆਉਣ ਜਾਣ ਵਾਲਾ, ਪਰ ਜਿਨ੍ਹਾਂ ਨੇ ਸੱਚ ਨੂੰ ਜਪਿਆ। ਸੱਚ ਕੀ ਹੈ? ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਪਰਮਾਤਮਾ ਦਾ ਨਾਮ ਸੱਚਾ ਹੈ। ਜਿਨ੍ਹਾਂ ਨੇ ਸੱਚੇ ਨਾਮ ਨੂੰ ਜਪਿਆ ਹੈ, ਭਾਈ ਨਵੇੜਾ ਦੇ ਨਾਮ ਜਪ ਕੇ ਹੋਣਾ ਹੈ। ਕਈ ਵਾਰੀ ਅਸੀਂ ਕੀ ਕਰਦੇ ਹਾਂ? ਪੁੰਨ ਕਰਦੇ ਹਾਂ, ਦਾਨ ਕਰਦੇ ਹਾਂ। ਕਪੜਾ ਦਾਨ ਕਰਤਾ, ਰੋਟੀ ਦਾਨ ਕਰ ਦਿੱਤੀ, ਜੁੱਤੀ ਦਾਨ ਕਰ ਦਿੱਤੀ, ਬਸਤਰ ਦਾਨ ਕਰ ਦਿੱਤੇ, ਕੋਈ ਘਰ ਦਾਨ ਕਰ ਦਿੰਦਾ ਹੈ। ਪਰ ਇਹ ਦੁਨੀਆ ਦੇ ਦਾਨ ਜਿਹੜੇ ਨੇ ਤੈਨੂੰ ਮੁਕਤੀ ਦੇਣ ਵਾਲੇ ਨਹੀਂ। ਇਹ ਦਾਨ ਤੈਨੂੰ ਸਵਰਗਾਂ ਵਿੱਚ ਲੈ ਜਾਣਗੇ। ਸਵਰਗਾਂ ਦੇ ਵਿੱਚ ਜਾ ਕੇ ਕੁਝ ਸਮਾਂ ਸੁੱਖ ਨੂੰ ਭੋਗੇਂਗਾ, ਤੇ ਜਦੋਂ ਤੇਰੇ ਦਾਨ ਦਾ ਫਲ ਤੂੰ ਖਾ ਲਿਆ, ਫਿਰ ਤੈਨੂੰ ਦੁਨੀਆ ਵਿੱਚ ਆਉਣਾ ਪਵੇਗਾ ਜਨਮ ਲੈਣ ਵਾਸਤੇ। ਦੁਨੀਆ ਦੇ ਪੁੰਨ ਦਾਨ ਜਿਹੜੇ ਨੇ ਇਹ ਤੈਨੂੰ ਕੁਝ ਸਮੇਂ ਦਾ ਸੁੱਖ ਦੇਣਗੇ, ਬਾਅਦ ਵਿੱਚ ਫਿਰ ਕਹਾਣੀ ਖਤਮ ਹੋ ਜਾਣੀ ਹੈ। ਪਰਮੇਸ਼ਰ ਦਾ ਨਾਮ ਇਹੋ ਜਿਹਾ ਹੈ ਜਿਹੜਾ ਜਪ ਕੇ ਸਦਾ ਵਾਸਤੇ ਮੁਕਤੀ ਮਿਲ ਜਾਂਦੀ ਹੈ, ਦੁਬਾਰਾ ਆਉਣਾ ਹੀ ਨਹੀਂ ਪੈਣਾ ਲੇਖੇ ਜੋਖੇ ਹਿਸਾਬ ਕਿਤਾਬ ਦੇ ਵਿੱਚ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਬਚਨ ਇਹ ਹੈ ਅੰਤ ਸੱਚ ਨਵੇੜਾ ਰਾਮ। ਜੇ ਸੱਚ ਨਾਮ ਨੂੰ ਜਪਿਆ ਤੇ ਨਿਬੜਿਆ ਤਾਂ ਜਾਣਾ, ਮੁਕੰਮਲ ਫੈਸਲਾ ਤਾਂ ਹੋਣਾ, ਮੁਕਤੀ ਤਾਂ ਹੋਣੀ ਹੈ। ਜਾਂ ਨਿਬੜੇਗਾ ਫਿਰ ਉਸ ਵੇਲੇ ਜਮਾਂ ਦੇ ਨਾਲ ਤੂੰ ਤਾਂ, ਜੇ ਤੇਰੇ ਕੋਲ ਸੱਚ ਨਾਮ ਦੀ ਕਮਾਈ ਹੈ, ਫਿਰ ਤੂੰ ਜਮਾਂ ਕੋਲੋਂ ਬਚ ਜਾਏਗਾ। ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ। ਜੇ ਅਕਾਲ ਪੁਰਖ ਕਿਰਪਾ ਕਰ ਦੇਵੇ, ਬਖਸ਼ ਲਵੇ ਤੇਰੇ ਗੁਨਾਹਾਂ ਨੂੰ, ਤੇਰੇ ਪਾਪਾਂ ਨੂੰ, ਆਪੇ ਸੱਚਾ ਬਖਸ਼ ਲੈ। ਜੇ ਆਪੇ ਉਹਨੇ ਤੈਨੂੰ ਬਖਸ਼ ਲਿਆ ਨਾ, ਫਿਰ ਸੰਸਾਰ ਵਿੱਚ ਫੇਰਾ ਨਹੀਂ ਪਵੇਗਾ, ਦੁਨੀਆ ਵਿੱਚ ਜਨਮ ਲੈ ਕੇ ਨਹੀਂ ਆਵੇਗਾ। ਪਰ ਸੱਚੇ ਦੇ ਅੱਗੇ ਬਖਸ਼ਾਉਣ ਵਾਸਤੇ ਤੈਨੂੰ ਸੱਚੇ ਦਾ ਨਾਮ ਵੀ ਜਪਣਾ ਪੈਣਾ ਹੈ। ਪਰ ਜੇ ਤੂੰ ਨਾਮ ਜਪਿਆ, ਫਿਰ ਤੈਨੂੰ ਅਕਾਲ ਪੁਰਖ ਨੇ ਬਖਸ਼ ਲੈਣਾ। ਜਿਨ੍ਹਾਂ ਨੂੰ ਬਖਸ਼ ਲਿਆ ਉਹ ਫਿਰ ਦੁਬਾਰਾ ਜਨਮਾਂ ਵਿੱਚ ਨਹੀਂ ਆਉਂਦੇ। ਪਿਛਲੇ ਅਵਗੁਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਪਿਛਲੇ ਤੇ ਬਖਸ਼ ਲਏਗਾ, ਪਰ ਜੇ ਗਾਂ ਵਾਸਤੇ ਤੋਬਾ ਕਰੇਗਾ, ਗਾਂ ਵਾਸਤੇ ਮਾੜਾ ਕਰਮ ਨਹੀਂ ਕਰੇਗਾ, ਫਿਰ ਤੈਨੂੰ ਬਖਸ਼ ਵੀ ਲੈਂਦਾ ਹੈ ਤੇਰੇ ਪਾਪਾਂ ਨੂੰ, ਤੇਰੇ ਗੁਨਾਹਾਂ ਨੂੰ। ਕਿਉਂਕਿ ਸਾਡੇ ਵਿੱਚ ਗੁਨਾਹ ਬਹੁਤੇ ਨੇ, ਪਾਪ ਬਹੁਤੇ ਨੇ, ਲੇਖੇ ਵੱਡੇ ਨੇ, ਉਹ ਸਾਰੇ ਹੀ ਮਾਫ ਕਰ ਦਿੰਦਾ ਹੈ। ਐਸਾ ਉਹ ਸਮਰੱਥ ਹੈ। ਉਹ ਫਿਰ ਪਾਪਾਂ ਦੀ ਗਿਣਤੀ ਨਹੀਂ ਕਰਦਾ ਵੀ ਕਿੰਨੇ ਪਾਪ ਕੀਤੇ, ਸਾਰਿਆਂ ਨੂੰ ਮਾਫ ਕਰ ਦਿੰਦਾ ਹੈ। ਐਸੀ ਉਹ ਬਖਸ਼ਿਸ਼ ਕਰਦਾ ਹੈ। ਫਿਰ ਹੋਏ ਨਾ ਫੇਰਾ ਅੰਤ ਸੱਚ ਨਵੇੜਾ, ਗੁਰਮੁਖ ਮਿਲੈ ਵਡਿਆਈ। ਜਿਨ੍ਹਾਂ ਗੁਰਮੁਖਾਂ ਨੂੰ ਵਡਿਆਈ ਮਿਲੀ ਹੈ ਨਾ ਨਾਮ ਦੀ, ਸਤਿਗੁਰੂ ਪਾਤਸ਼ਾਹ ਫਰਮਾਉਂਦੇ ਫਿਰ ਹੋਏ ਨਾ ਫੇਰਾ, ਉਹਨਾਂ ਦਾ ਦੁਬਾਰਾ ਸੰਸਾਰ ਵਿੱਚ ਫੇਰਾ ਪੈਣਾ ਹੀ ਨਹੀਂ। ਬਹੁਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੈ ਕਾ ਹੁਕਮੈ ਬੁਝ ਸਮਾਵੇਂਗੇ। ਫਿਰ ਅਸੀਂ ਕਿਉਂ ਆਵਾਂਗੇ ਸੰਸਾਰ ਵਿੱਚ? ਕਿਉਂਕਿ ਆਉਣ ਜਾਣਾ ਤੇ ਰੱਬ ਦਾ ਹੁਕਮ ਹੈ। ਜਦੋਂ ਹੁਕਮ ਹੀ ਅਸੀਂ ਪਹਿਚਾਨ ਲਿਆ, ਹੁਕਮ ਦੀ ਪ੍ਰਾਪਤੀ ਕਰ ਲਈ, ਫਿਰ ਸੰਸਾਰ ਵਿੱਚ ਨਹੀਂ ਆਵਾਂਗੇ। ਸੰਸਾਰ ਦੀ ਪ੍ਰਾਪਤੀ ਨਹੀਂ ਹੈ। ਮਹਾਰਾਜ ਬਖਸ਼ਦੇ ਕਹਿਣ ਲੱਗੇ, ਭਾਈ ਇਹ ਸੰਸਾਰ ਤੇ ਭਾਵੇਂ ਆਵਾਗੌਣ ਹੈ, ਪਰ ਜਿਨ੍ਹਾਂ ਨੇ ਗੁਰਮੁਖਾਂ ਨੂੰ ਸੱਚ ਨਾਮ ਦੀ ਵਡਿਆਈ ਮਿਲੀ ਹੈ, ਉਹਨਾਂ ਦਾ ਫਿਰ ਫੇਰਾ ਨਹੀਂ ਪੈਂਦਾ। ਸੱਚ ਨਵੇੜਾ ਉਹਨਾਂ ਦਾ ਨਿਬੜ ਹੀ ਜਾਂਦਾ, ਲੇਖਾ ਜੋਖਾ ਸਾਰਾ ਹਿਸਾਬ ਕਿਤਾਬ ਮਾਫ ਹੋ ਜਾਂਦਾ ਹੈ। ਫਿਰ ਉਹ ਜਨਮਾਂ ਦੇ ਲੇਖੇ ਜੋਖੇ ਵਿੱਚ ਨਹੀਂ ਆਉਂਦੇ ਹਨ। ਸਾਜੇ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਈ। ਜਿਹੜੇ ਗੁਰਮੁਖ ਸੱਚੇ ਰੰਗ ਦੇ ਵਿੱਚ ਰੰਗੇ ਗਏ, ਸੱਚਾ ਰੰਗ ਦੇ ਭਾਈ ਨਾਮ ਦਾ ਹੀ ਹੈ। ਕੱਪੜੇ ਦਾ ਰੰਗ ਵੀ ਉਤਰ ਜਾਣ ਵਾਲਾ, ਦੁਨੀਆ ਦੇ ਪਦਾਰਥਾਂ ਦਾ ਰੰਗ ਵੀ ਇੱਕ ਵੇਲੇ ਲਹਿ ਜਾਂਦਾ, ਦੁਨੀਆ ਦੀ ਵਡਿਆਈ ਦਾ ਰੰਗ ਵੀ ਇੱਕ ਵੇਲੇ ਲਹਿ ਜਾਂਦਾ।
ਨਾਮ ਦਾ ਇੱਕ ਰੰਗ ਹੈ ਜਿਹੜਾ ਸਦਾ ਵਾਸਤੇ ਚੜ੍ਹਿਆ ਰਹਿੰਦਾ। ਆਪਾਂ ਵੇਖਦੇ ਨਾ ਇਤਿਹਾਸ ਪੜ੍ਹਦੇ, ਕਈ ਰਾਜੇ ਇਹੋ ਜਿਹੇ ਹੋਏ, ਰਾਣੀਆਂ ਇਹੋ ਜਿਹੀਆਂ ਹੋਈਆਂ ਜਿਹੜੀਆਂ ਰੋਜ਼ ਸੋਨਾ ਦਾਨ ਕਰਦੀਆਂ, ਚਾਂਦੀ ਦਾਨ ਕਰਦੀਆਂ, ਰੋਜ਼ ਕੱਪੜਾ ਬਸਤਰ ਦਾਨ ਕਰਦੀਆਂ। ਪਰ ਇੱਕ ਵੇਲਾ ਉਹਨਾਂ 'ਤੇ ਇਹੋ ਜਿਹਾ ਵੀ ਆਇਆ ਕਿ ਉਹ ਨੰਗੇ ਪੈਰੀ ਜੰਗਲਾਂ ਦੇ ਵਿੱਚ ਭੱਜ ਭੱਜ ਕੇ ਆਪਣੀਆਂ ਜਾਨਾਂ ਵੀ ਬਚਾਉਂਦੇ, ਭੁੱਖੇ ਪਿਆਸੇ ਰਹਿ ਕੇ ਜੰਗਲਾਂ ਵਿੱਚ ਰਾਤਾਂ ਵੀ ਕੱਟਦੇ। ਇਹ ਦੁਨੀਆ ਦੇ ਰੰਗ ਜਿਹੜੇ ਮਾਇਆ ਦੇ ਰੰਗ ਨੇ ਨਾ, ਧਨ ਦੇ, ਇਹ ਸਦਾ ਨਾਲ ਨਹੀਂ ਬੰਦੇ ਦੇ ਨਿਭਦੇ। ਇੱਕ ਵੇਲੇ ਰਾਜਿਆਂ ਨੂੰ ਵੀ ਮੰਗਣ ਵਾਸਤੇ ਮਜਬੂਰ ਕਰ ਦਿੰਦੇ। ਤਿੰਨ ਹਰੀ ਚੰਦ ਪ੍ਰਿਥਵੀ ਪਤ ਰਾਜੈ, ਕਾਗਦ ਕੀਮ ਨ ਪਾਈ, ਔਗੁਣ ਕਰੇ ਪੁੰਨ ਕਰੇ ਕਿਉਂਕਿ ਉਹਨੇ ਖਾਸ ਵਿਕਾਈ। ਬਚਨ ਹੈ ਮਹਾਰਾਜ ਜੀਆਂ ਦਾ ਵੀ ਹਰੀ ਚੰਦ ਨਾਮ ਦਾ ਇੱਕ ਰਾਜਾ ਹੋਇਆ ਜਿਸ ਨੂੰ ਹਰੀਸ਼ ਚੰਦਰ ਆਖਿਆ ਜਾਂਦਾ। ਉਹਦੇ ਪੁੰਨ ਇੰਨੇ ਕੀਤੇ ਸਨ, ਚੰਗੇ ਕਰਮ ਇੰਨੇ ਕੀਤੇ ਸਨ ਵੀ ਜੇ ਬੰਦਾ ਕਾਗਜ਼ 'ਤੇ ਲਿਖਣ ਲੱਗ ਪਵੇ ਨਾ ਤੇ ਉਹਨੇ ਕਾਗਜ਼ ਪੂਰੇ ਨਹੀਂ ਹੋਣਗੇ, ਉਹਨੀ ਸਿਆਹੀ ਪੂਰੀ ਨਹੀਂ ਹੋਣਗੀ, ਉਹਨੇ ਲਖਾਰੀ ਨਹੀਂ ਤੁਹਾਨੂੰ ਮਿਲਣਗੇ ਜਿੰਨੇ ਉਹਨੇ ਚੰਗੇ ਕੰਮ ਕੀਤੇ। ਤਿੰਨ ਹਰੀ ਚੰਦ ਪ੍ਰਿਥਵੀ ਪਤ ਰਾਜਾ, ਕਾਗਦ ਕੀਮ ਨਾ ਪਾਈ। ਕਾਗਜ਼ ਉਹਦੀ ਵਡਿਆਈ ਨੂੰ ਲਿਖ ਨਹੀਂ ਸਕੇਗਾ। ਐਡਾ ਵੱਡਾ ਰਾਜਾ ਧਰਮੀ ਤੇ ਦਾਨੀ ਹੋਇਆ, ਪੁੰਨੀ ਹੋਇਆ। ਪਰ ਮਹਾਰਾਜ ਕਹਿਣ ਲੱਗੇ ਅਵਗੁਣ ਜਾਣੇ ਤੇ ਪੁੰਨ ਕਰੈ ਕਿਉਂ। ਹੁਣ ਰਾਜੇ ਦਾ ਇਹ ਰੋਜ਼ ਦਾ ਨਿਯਮ ਬਣਿਆ ਸੀ ਵੀ ਮੈਂ ਰੋਜ਼ 1.25 ਮਣ ਸੋਨਾ ਦਾਨ ਕਰਨਾ ਤੇ ਫਿਰ ਮੈਂ ਮੂੰਹ ਦੇ ਵਿੱਚ ਅੰਨ ਪਾਉਣਾ ਜਾਂ ਪਾਣੀ ਦੀ ਬੂੰਦ ਤਾਂ ਪਾਉਣੀ ਹੈ। ਉਹਨੇ ਪ੍ਰਣ ਕਰ ਛੱਡਿਆ ਸੀ। ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵੀ ਮੈਂ ਸਹੁੰ ਖਾਧੀ ਹੋਈ ਵੀ ਆਹ ਕਰਮ ਕਰਕੇ ਫਿਰ ਬਾਕੀ ਮੈਂ ਕਰਮ ਕਰਾਂਗਾ। ਰੋਜ਼ ਦਾਨ ਕਰਦਾ, ਫਿਰ ਆਪਣੇ ਮੂੰਹ ਵਿੱਚ ਅੰਨ ਦਾ ਦਾਣਾ ਜਾਂ ਪਾਣੀ ਦੀ ਬੂੰਦ ਪਾਉਂਦਾ। ਇੱਕ ਦਿਨ ਕਹਿਣ ਲੱਗੇ ਹਰੀ ਚੰਦ ਰਾਜਾ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਚਲਾ ਗਿਆ। ਸ਼ਿਕਾਰ ਖੇਡਦਿਆਂ ਲੰਮਾ ਸਮਾਂ ਜੰਗਲ ਵਿੱਚ ਲੰਘ ਗਿਆ ਪਰ ਸ਼ਿਕਾਰ ਨਹੀਂ ਮਿਲਿਆ। ਜੰਗਲ ਵਿੱਚ ਤੁਰੇ ਜਾਂਦੇ ਉਹਨੂੰ ਪਿਆਸ ਲੱਗ ਗਈ। ਪਿਆਸ ਲੱਗੀ ਤੇ ਪਾਣੀ ਦਾ ਤਲਾਬ ਲੱਭਿਆ, ਪਾਣੀ ਦਾ ਸੋਮਾ ਲੱਭਿਆ ਵੀ ਇੱਥੋਂ ਪਾਣੀ ਪੀਵਾਂ। ਜਦੋਂ ਪਾਣੀ ਦਾ ਬੁੱਕ ਭਰਿਆ ਨਾ, ਪਿਆਸ ਲੱਗੀ ਪੀਣ ਵਾਸਤੇ, ਤੇ ਕੋਈ ਉੱਥੇ ਪਾਣੀ ਦੇ ਤਲਾਬ ਦੇ ਕੋਲ ਕੋਈ ਪੰਡਤ ਖਲੋਤਾ, ਬ੍ਰਾਹਮਣ ਖਲੋਤਾ ਹੋਇਆ। ਉਹਨੇ ਆਵਾਜ਼ ਮਾਰ ਕੇ ਆਖਿਆ ਰਾਜੇ ਨੂੰ, ਕਹਿਣ ਲੱਗਾ ਰਾਜਾ ਤੂੰ ਅੱਜ ਆਪਣੀ ਕਸਮ ਤੋੜਨ ਲੱਗਾ, ਆਪਣਾ ਪ੍ਰਣ ਤੋੜਨ ਲੱਗਾ। ਰਾਜੇ ਨੇ ਪੁੱਛਿਆ ਕਿਹੜਾ ਪ੍ਰਣ। ਕਹਿਣ ਲੱਗਾ ਤੂੰ ਤੇ ਪ੍ਰਣ ਕੀਤਾ ਵੀ ਮੈਂ ਪਹਿਲਾਂ ਸੋਨਾ ਦਾਨ ਕਰਾਂਗਾ ਤੇ ਫਿਰ ਕੁਝ ਖਾਵਾਂ ਪੀਵਾਂਗਾ, ਤੇ ਅੱਜ ਦਾਨ ਤੇ ਕੀਤਾ ਨਹੀਂ, ਪਾਣੀ ਪੀਣ ਲੱਗਾ। ਹਰੀ ਚੰਦ ਨੂੰ ਚੇਤਾ ਆ ਗਿਆ ਵੀ ਮੈਂ ਤੇ ਵਾਕਿਆ ਹੀ ਦਾਨ ਕਰਕੇ ਫਿਰ ਕੁਝ ਖਾਂਦਾ ਪੀਂਦਾ ਹਾਂ। ਸੋਚਣ ਲੱਗ ਪਿਆ ਮੈਂ ਜੰਗਲ ਦੇ ਵਿੱਚ ਇਸ ਵੇਲੇ ਖੜਾ ਹਾਂ, ਇੱਥੇ ਮੇਰੇ ਕੋਲ ਸੋਨਾ ਕਿੱਥੇ ਹੈ। ਜੇ ਹੁਣ ਸੋਨਾ ਨਹੀਂ ਦਾਨ ਕਰ ਸਕਦਾ ਤੇ ਪਾਣੀ ਨਹੀਂ ਪੀਵਾਂਗਾ ਤੇ ਮਰ ਜਾਵਾਂਗਾ। ਸੋਚੀ ਪੈ ਨੂੰ ਵੇਖ ਕੇ ਬ੍ਰਾਹਮਣ ਨੇ ਪੁੱਛਿਆ, ਕਹਿਣ ਲੱਗਾ ਸੋਚੀ ਕਿਉਂ ਪੈ ਗਏ ਹੋ। ਰਾਜਾ ਕਹਿੰਦਾ ਮੈਂ ਸੋਚੀ ਤਾਂ ਪੈ ਗਿਆ ਸੋਚ ਵਿੱਚ ਵੀ ਇਸ ਵੇਲੇ ਮੇਰੇ ਕੋਲ ਇੰਨਾ ਸੋਨਾ ਨਹੀਂ ਵੀ ਦਾਨ ਕਰਾਂ, ਤੇ ਜੇ ਮੈਂ ਦਾਨ ਨਹੀਂ ਕਰਦਾ ਤੇ ਪਾਣੀ ਨਹੀਂ ਪੀਵਾਂਗਾ, ਪਾਣੀ ਨਹੀਂ ਪੀਵਾਂਗਾ ਤੇ ਮਰ ਜਾਵਾਂਗਾ। ਬ੍ਰਾਹਮਣ ਕਹਿਣ ਲੱਗਾ ਮੈਂ ਤੇਰੀ ਮਦਦ ਕਰ ਦਿੰਦਾ ਹਾਂ। ਮਦਦ ਇਹ ਹੈ ਕਿ ਤੂੰ ਮੈਨੂੰ ਬਚਨ ਦੇ ਦੇ, ਜ਼ੁਬਾਨ ਦੇ ਦੇ ਵੀ ਮੈਂ 1.25 ਮਣ ਸੋਨਾ ਦਾਨ ਕੀਤਾ। ਬ੍ਰਾਹਮਣ ਜੀ ਤੁਹਾਨੂੰ ਕਰ ਦਿੱਤਾ 1.25 ਮਣ ਸੋਨਾ ਦਾਨ। ਇਹ ਬਚਨ ਇੱਥੇ ਦੇ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ। ਜਾਂ ਲੋਕ ਕੀ ਕਰਦੇ ਸਨ, ਪਾਣੀ ਨੂੰ ਆਪਣੇ ਹੱਥ 'ਤੇ ਰੱਖ ਕੇ ਚੁਲੀ ਦੇ ਵਿੱਚ ਤੇ ਪ੍ਰਣ ਕਰ ਦਿੰਦੇ, ਬਚਨ ਕਰ ਦਿੰਦੇ। ਬ੍ਰਾਹਮਣ ਕਹਿਣ ਲੱਗਾ ਬਚਨ ਕਰਦੇ, ਵਾਅਦਾ ਕਰਦੇ ਮੇਰੇ ਨਾਲ ਵੀ ਤੂੰ ਮੈਨੂੰ ਸੋਨਾ ਦਾਨ ਕਰੇਗਾ। ਪਾਣੀ ਤੂੰ ਇੱਥੇ ਪੀ ਲਾ, ਜਾਨ ਤੂੰ ਆਪਣੀ ਬਚਾ ਲੈ, ਤੇ ਘਰੇ ਜਾ ਕੇ ਮੈਨੂੰ ਸੋਨਾ ਦਾਨ ਕਰ ਦੇ, ਮਹਿਲਾਂ ਵਿੱਚ ਜਾ ਕੇ ਦਾਨ ਕਰ ਦੇ। ਰਾਜਾ ਕਹਿਣ ਲੱਗਾ ਬੜੀ ਚੰਗੀ ਸਲਾਹ, ਬੜੀ ਚੰਗੀ ਗੱਲ ਹੈ। ਇਸੇ ਤਰ੍ਹਾਂ ਹੀ ਕੀਤਾ। ਬਚਨ ਉੱਥੇ ਕਰ ਲਿਆ, ਜ਼ੁਬਾਨ ਉੱਥੇ ਕਰ ਲਈ, ਵਾਅਦਾ ਉੱਥੇ ਕਰ ਲਿਆ ਵੀ ਮੈਂ ਤੈਨੂੰ ਦੇਵਾਂਗਾ 1.25 ਮਣ ਸੋਨਾ। ਹੁਣੇ ਜਾ ਕੇ ਮਹਿਲਾਂ ਦੇ ਵਿੱਚ ਪਾਣੀ ਪੀ ਲਿਆ ਤਲਾਬ ਦੇ ਵਿੱਚ। ਜਦੋਂ ਘਰੇ ਆਇਆ ਆਪਣੇ ਮਹਿਲਾਂ ਦੇ ਵਿੱਚ, ਹੁਣ ਸੋਨਾ ਦਾਨ ਕਰਨ ਲੱਗਾ, ਤੇ ਜਦੋਂ ਸੋਨੇ ਦੇ ਭਰੇ ਖਜ਼ਾਨਿਆਂ ਨੂੰ ਖੋਲ੍ਹਿਆ ਵੇਖਿਆ ਤੇ ਕਹਿਣ ਲੱਗੇ ਕੀ ਦਿਸਿਆ। ਉਹ ਸਾਰੇ ਦੇ ਸਾਰੇ ਖਜ਼ਾਨੇ ਜਿਹੜੇ ਸਨ ਸੁਆਹ ਬਣ ਗਏ, ਸੋਨਾ ਰਹਿ ਹੀ ਕੋਈ ਨਹੀਂ ਗਿਆ, ਖਤਮ ਹੋ ਗਿਆ। ਸੋਨਾ ਰਿਹਾ ਨਹੀਂ ਹੈ ਪਰ ਬਚਨ ਕੀਤਾ ਸੀ ਵੀ ਦੇਵਾਂਗਾ। ਰਾਜੇ ਹਰੀ ਚੰਦ ਨੇ ਆਖਿਆ ਵੀ ਸੋਨਾ ਤੇ ਮੈਂ ਨਹੀਂ ਦੇ ਸਕਦਾ, ਮੇਰੇ ਕੋਲ ਹੈ ਹੀ ਨਹੀਂ, ਉਹ ਸੁਆਹ ਹੋ ਗਿਆ।
ਮੈਂ ਤੇਰੇ ਸਾਹਮਣੇ ਆ, ਦੱਸ ਮੈਂ ਤੇਰੇ ਵਾਸਤੇ ਕੀ ਕਰਾਂ। ਬ੍ਰਾਹਮਣ ਕਹਿਣ ਲੱਗਾ, ਤੂੰ ਆਪਣੇ ਆਪ ਨੂੰ ਮੇਰੇ ਕੋਲ ਵੇਚ ਦੇ, ਆਪਣੀ ਘਰਵਾਲੀ ਨੂੰ ਮੇਰੇ ਕੋਲ ਵੇਚ ਦੇ, ਆਪਣੇ ਪੁੱਤਰ ਨੂੰ ਵੀ ਮੇਰੇ ਕੋਲ ਵੇਚ ਦੇ। ਤੁਸੀਂ ਆਪਣੇ ਆਪ ਨੂੰ ਵਕਾ ਲਓ ਮੇਰੇ ਵਾਸਤੇ, ਤੇ ਫਿਰ ਤੇਰਾ ਇਹ ਪ੍ਰਾਣ ਪੂਰਾ ਹੋ ਸਕਦਾ, ਨਹੀਂ ਤੇ ਨਹੀਂ ਹੋ ਸਕਦਾ। ਰਾਜੇ ਨੇ ਉਸੇ ਵੇਲੇ ਕਹਿ ਦਿੱਤਾ, ਠੀਕ ਹੈ, ਮੈਂ ਵੀ ਤੈਨੂੰ ਆਪਣਾ ਆਪ ਦਿੱਤਾ, ਮੈਂ ਆਪਣੀ ਘਰਵਾਲੀ ਆਪਣਾ ਬੱਚਾ ਵੀ ਤੈਨੂੰ ਦੇ ਦਿੱਤਾ। ਇਹ ਦਾਨ ਉਸ ਵੇਲੇ ਰਾਜੇ ਨੂੰ ਕਰਨਾ ਪਿਆ। ਤੇ ਕਹਿਣ ਲੱਗੇ ਉਸ ਵੇਲੇ ਫਿਰ ਸਮਾਂ ਇਹੋ ਜਿਹਾ ਬਣਿਆ ਵੀ ਇਸ ਰਾਜੇ ਨੂੰ ਨਾ ਕਬਰਾਂ ਦੇ ਵਿੱਚ ਜਾ ਕੇ, ਕਬਰਸਤਾਨ ਦੇ ਵਿੱਚ ਜਾ ਕੇ ਕਬਰਾਂ ਪੁੱਟਣ ਦਾ ਕੰਮ ਲਾ ਦਿੱਤਾ ਵੀ ਕਬਰ ਪੁੱਟਿਆ ਕਰ, ਮਜ਼ਦੂਰ ਬਣਾ ਦਿੱਤਾ। ਰਾਜ ਭਾਗ ਛੁਡਾ ਹੀ ਦਿੱਤਾ ਵਿਚਾਰੇ ਰਾਜੇ ਨੂੰ। ਕਬਰ ਪੁੱਟਦਾ, ਕੋਈ ਟਕਾ 2 ਟਕੇ ਮਿਲਦੇ ਤੇ ਗੁਜ਼ਾਰਾ ਕਰਦਾ। ਘਰਵਾਲੀ ਕਿਸੇ ਦੇ ਘਰੇ ਨੌਕਰਾਣੀ ਲੱਗ ਗਈ, ਲੋਕਾਂ ਦੇ ਭਾਂਡੇ ਧੋਂਦੀ ਫਿਰਦੀ ਹੈ, ਜਿਹੜੀ ਕਦੇ ਸੋਨਾ ਦਾਨ ਕਰਿਆ ਕਰਦੀ, ਭਾਂਡੇ ਧੋ ਕੇ, ਝਾੜੂ ਫੇਰ ਕੇ, ਪੋਚਾ ਲਾ ਕੇ ਗੁਜ਼ਾਰਾ ਕਰਦੀ ਹੈ। ਇੱਕ ਸਮਾਂ ਇਹੋ ਜਿਹਾ ਬਣਿਆ, ਰਾਜੇ ਦਾ ਪੁੱਤਰ ਬਿਮਾਰ ਹੋ ਗਿਆ, ਹਰੀ ਚੰਦ ਦਾ ਇਲਾਜ ਨਾ ਕਰਵਾ ਪਾਇਆ, ਨਾ ਆਪ ਤੇ ਨਾ ਘਰਵਾਲੀ, ਤੇ ਬੱਚਾ ਮਰ ਗਿਆ। ਤੇ ਮਰੇ ਹੋਏ ਬੱਚੇ ਨੂੰ ਜਦੋਂ ਲੈ ਕੇ ਰਾਣੀ ਪਹੁੰਚੀ ਨਾ ਕਬਰਸਤਾਨ ਦੇ ਵਿੱਚ ਦੱਬਣ ਵਾਸਤੇ, ਤੇ ਉਸ ਵੇਲੇ ਕਬਰਾਂ ਆਪ ਹੀ ਪੁੱਟਦਾ ਪਿਆ ਸੀ ਹਰੀ ਚੰਦ ਰਾਜਾ। ਤੇ ਆਪਣੀ ਘਰਵਾਲੀ ਨੂੰ ਕਹਿੰਦਾ, ਜੇ ਬੱਚੇ ਨੂੰ ਦਫਨਾਉਣਾ ਹੈ ਤੇ ਇਹਦੇ ਪੈਸੇ ਲੱਗਣਗੇ, ਜੋ ਮੇਰੇ ਮਾਲਕ ਨੇ ਮੈਨੂੰ ਆਖਿਆ ਨਾ ਵੀ ਟਕਾ 2 ਟਕੇ, ਪੈਸਾ 2 ਪੈਸੇ, ਜਿੰਨੇ ਵੀ ਉਸ ਵੇਲੇ ਦਾ ਮਾਇਆ ਦਾ ਹੋਵੇਗਾ ਪ੍ਰਬੰਧ, ਜੋ ਉਸ ਵੇਲੇ ਦਾ ਰੀਤੀ ਰਿਵਾਜ ਹੋਵੇਗਾ, ਉਸ ਮੁਤਾਬਕ ਵੀ ਇੰਨੇ ਪੈਸੇ ਇੱਥੇ ਰੱਖ, ਜਿੱਥੋਂ ਮਰਜ਼ੀ ਲੈ ਕੇ ਆ, ਤਾਂ ਤੇਰੇ ਬੱਚੇ ਨੂੰ ਇਹ ਕਬਰ ਮਿਲੇਗੀ, ਤਾਂ ਇਹਨੂੰ ਦਫਨਾਇਆ ਜਾਏਗਾ। ਤੇ ਕਹਿਣ ਲੱਗੇ, ਰਾਣੀ ਉਸ ਵੇਲੇ ਰੋਣ ਲੱਗ ਪਈ ਵੀ ਮੈਂ ਪੈਸਾ ਕਿੱਥੋਂ ਲੈ ਕੇ ਆਵਾਂ, ਮੇਰੇ ਕੋਲ ਤੇ ਟਕਾ ਵੀ ਨਹੀਂ ਹੈ ਦੇਣ ਵਾਸਤੇ, ਆਨਾ ਪੈਸਾ ਵੀ ਨਹੀਂ ਹੈ। ਕਹਿਣ ਲੱਗਾ, ਜੇ ਆਨਾ ਪੈਸਾ ਨਹੀਂ ਤੇ ਦਫਨਾਇਆ ਨਹੀਂ ਜਾਵੇਗਾ, ਇਹਨੂੰ ਬਾਹਰ ਰੱਖ ਦੇ ਲਿਜਾ ਕੇ। ਜਦੋਂ ਇੰਨਾ ਪ੍ਰਾਣ ਪੂਰਾ ਕੀਤਾ ਨਾ, ਇੰਨਾ ਕਸਵੱਟੀ ਉੱਪਰ ਤੁਰਿਆ ਨਾ, ਇੰਨਾ ਹੁਕਮ ਨੂੰ ਮੰਨਿਆ, ਤੇ ਕਹਿਣ ਲੱਗੇ ਫਿਰ ਉਸ ਵੇਲੇ ਇਸ ਨੂੰ ਪ੍ਰਾਪਤੀ ਹੋਈ। ਫਿਰ ਆਵਾਜ਼ ਆਈ ਵੀ ਹਰੀ ਚੰਦ ਤੇਰੀ ਸੇਵਾ ਪ੍ਰਵਾਨ ਹੋ ਗਈ ਹੈ। ਮਹਾਰਾਜ ਕਹਿਣ ਲੱਗੇ, ਤਿਨ ਹਰੀ ਚੰਦ ਪ੍ਰਿਥਵੀ ਪਤ ਰਾਜ, ਕਾਗਦ ਕੀਮ ਨਾ ਪਾਈ ਰਾਜਾ। ਇੰਨਾ ਚੰਗਾ, ਇੰਨਾ ਧਰਮੀ ਹੈ, ਇੰਨਾ ਸਬਰ ਰੱਖਣ ਵਾਲਾ, ਸੰਤੋਖ ਰੱਖਣ ਵਾਲਾ ਹੈ ਵੀ ਉਹਦੇ ਕੰਮਾਂ ਨੂੰ ਕਾਗਜ਼ਾਂ 'ਤੇ ਲਿਖਿਆ ਨਹੀਂ ਜਾ ਸਕਦਾ। ਜਿੰਨੇ ਚੰਗੇ ਪੁੰਨ ਕਰਮ ਕੀਤੇ, ਪਰ ਔਗਣ ਜਾਣੇ ਤੇ ਪੁੰਨ ਕਰੈ ਕਿਉਂ, ਕਿਉਂ ਨੇ ਖਾਸ ਬਿਕਾਈ। ਜੇ ਰਾਜਾ ਇਹ ਜਾਣਦਾ ਨਾ ਵੀ 1.25 ਮਣ ਸੋਨੇ ਦਾ ਦਾਨ ਕਰਨ ਕਰਕੇ ਮੈਨੂੰ ਵਿਕਣਾ ਪਵੇਗਾ ਜਾ ਕੇ, ਤੇ ਮੈਨੂੰ ਫਿਰ ਕਬਰਾਂ ਪਟਣੀਆਂ ਪੈਣਗੀਆਂ, ਪੁੱਤਰ ਮੇਰਾ ਮਰ ਜਾਏਗਾ, ਜੇ ਇੰਨਾ ਕੋਈ ਜਾਣਦਾ ਹੁੰਦਾ ਤੇ ਸ਼ਾਇਦ ਉਹ ਇਹ ਕਰਮ ਨਾ ਹੀ ਕਰਦਾ। ਪਰ ਸਮਾਂ ਇੱਕੋ ਜਿਹਾ ਨਹੀਂ ਬਣਿਆ ਰਹਿੰਦਾ। ਵੱਡੇ ਵੱਡੇ ਰਾਜਿਆਂ ਨੂੰ ਮੰਗਣ ਵਾਸਤੇ, ਮਜ਼ਦੂਰ ਬਣਨ ਵਾਸਤੇ ਸਮੇਂ ਨੇ ਮਜਬੂਰ ਕਰ ਦਿੱਤਾ। ਹਰੀ ਚੰਦ ਦੀ ਸਾਖੀ ਆਪਾਂ ਤਾਂ ਸਰਵਣ ਕੀਤੀ ਹੈ ਵੀ ਇਹ ਵੀ ਮਜ਼ਦੂਰ ਬਣ ਕੇ ਕਬਰਾਂ ਪੁੱਟਦਾ ਰਿਹਾ, ਅੰਤਮ ਕਿਰਿਆ ਕਰਾਉਂਦਾ ਹੈ, ਚੰਡਾਲਾਂ ਦੇ ਘਰ ਜਾ ਕੇ ਤੁਰਿਆ ਫਿਰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਬਚਨ ਇਹ ਹੈ ਕਿ ਜਿਹੜਾ ਨਾਮ ਦਾ ਰੰਗ ਹੈ ਨਾ, ਨਾਮ ਦੀ ਵਡਿਆਈ ਹੈ, ਨਾਮ ਦਾ ਧਨ ਨਹੀਂ ਕਦੇ ਬੰਦੇ ਨੂੰ ਛੱਡਦਾ, ਪਰ ਦੁਨੀਆ ਦਾ ਧਨ ਬੰਦੇ ਨੂੰ ਛੱਡ ਜਾਂਦਾ, ਦੁਨੀਆ ਦੀ ਵਡਿਆਈ ਵੀ ਛੱਡ ਜਾਂਦੀ ਹੈ, ਦੁਨੀਆ ਦੇ ਲੋਕ ਵੀ ਬੰਦੇ ਨੂੰ ਛੱਡ ਜਾਂਦੇ, ਪੈਸਾ ਇੱਜ਼ਤ ਸਭ ਕੁਝ ਛੱਡ ਕੇ ਚਲੇ ਜਾਂਦਾ। ਪਰ ਨਾਮ ਦਾ ਰੰਗ ਇਹੋ ਜਿਹਾ ਜਿਨ੍ਹਾਂ ਨੂੰ ਲੱਗ ਜਾਂਦਾ, ਨਾਮ ਦਾ ਰੰਗ ਕਦੇ ਉਤਰਦਾ ਨਹੀਂ, ਰਾਮ ਰੰਗ ਕਦੇ ਉਤਰ ਨਾ ਜਾਏ। ਤੇ ਸਾਖੀਆਂ ਸਾਡੇ ਸਾਹਮਣੇ ਨੇ, ਭਾਈ ਮਤੀ ਦਾਸ ਵਰਗਿਆਂ ਦੇ ਬੰਦ ਕੱਟੇ ਗਏ, ਭਾਈ ਮਨੀ ਸਿੰਘ ਵਰਗਿਆਂ ਦੇ ਬੰਦ ਕੱਟੇ ਗਏ, ਮਤੀ ਦਾਸ ਵਰਗਿਆਂ ਨੂੰ ਆਰੇ ਨਾਲ ਚੀਰਿਆ ਗਿਆ, ਪਰ ਨਾਮ ਦਾ ਰੰਗ ਕੋਈ ਨਹੀਂ ਲੱਥਾ। ਸਤਿਗੁਰੂ ਪਾਤਸ਼ਾਹ ਕਹਿੰਦੇ ਦੁਨੀਆ ਦੇ ਰੰਗ ਲੈ ਜਾਣ ਵਾਲੇ ਨੇ, ਨਾਮ ਦਾ ਰੰਗ ਨਹੀਂ ਜੇ ਲੈਂਦਾ। ਸੋ ਸੱਚਾ ਰੰਗ ਰਾਤੇ, ਜਿਹੜੇ ਸੱਚੇ ਨਾਮ ਦੇ ਰੰਗ ਵਿੱਚ ਆਪਣੇ ਆਪ ਨੂੰ ਜਿਨ੍ਹਾਂ ਨੇ ਰੰਗਿਆ ਹੈ, ਸਹਿਜੇ ਮਾਤੇ, ਉਹ ਸਹਿਜ ਅਵਸਥਾ ਵਿੱਚ, ਮਾਤੇ ਕਹੀਏ ਮਸਤ ਹੋ ਗਏ, ਸਹਿਜ ਅਵਸਥਾ ਦੀ ਪ੍ਰਾਪਤੀ ਹੋ ਗਈ। ਸਹਿਜੇ ਰਹਿ ਸਮਾਈ, ਅਤੇ ਸਹਿਜੇ ਹੀ ਉਹ ਪਰਮਾਤਮਾ ਦੇ ਵਿੱਚ ਸਮਾ ਜਾਂਦੇ, ਉਹਦੇ ਵਿੱਚ ਲੀਨ ਹੋ ਜਾਂਦੇ ਹਨ। ਸੱਚਾ ਮਨ ਭਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਵੇਰਾ। ਨੂੰ ਸੱਚਾ ਮਨ ਵਿੱਚ ਵਸਿਆ ਹੈ, ਸੱਚਾ ਮਨ ਭਾਇਆ ਸ਼ਬਦ ਵਸਾਇਆ, ਜਿਨ੍ਹਾਂ ਨੇ ਸ਼ਬਦ ਉਪਦੇਸ਼ ਨੂੰ ਹਿਰਦੇ ਵਿੱਚ ਵਸਾਇਆ,
ਉਹਨਾਂ ਨੂੰ ਸੱਚਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਨਾ, ਉਹ ਭਾਇਆ ਕਹੀਏ ਪ੍ਰਾਪਤ ਹੋ ਗਿਆ, ਭਾਇਆ ਕਹੀਏ ਚੰਗਾ ਲੱਗਣ ਲੱਗ ਪਿਆ, ਉਹ ਪਿਆਰ ਕਰਨ ਲੱਗ ਪਿਆ ਪਰਮੇਸ਼ਰ ਦੇ ਨਾਲ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਸ਼ਬਦ ਉਪਦੇਸ਼ ਦੇ ਵਿੱਚ ਰੰਗੇ ਗਏ ਉਹਨਾਂ ਦਾ ਅੰਤ ਵੇਲੇ ਨਿਬੇੜਾ ਹੋ ਜਾਂਦਾ, ਮੁਕਤੀ ਹੋ ਜਾਂਦੀ ਹੈ। ਨਾਨਕ ਨਾਮ ਰਤੇ ਸੇ ਸੱਚ ਸਮਾਣੈ, ਭਉ ਨਾ ਭਵਜਲ ਫੇਰਾ। ਨਾਮ ਦੇ ਵਿੱਚ ਰੰਗੇ ਗਏ ਭਾਈ, ਉਹ ਸੱਚ ਵਿੱਚ ਸਮਾ ਗਏ, ਦੁਬਾਰਾ ਸੰਸਾਰ ਵਿੱਚ ਜਨਮ ਲੈ ਕੇ ਨਹੀਂ ਆਉਣਗੇ। ਨਾਮ ਦਾ ਰੰਗ ਜਿਨ੍ਹਾਂ ਨੂੰ ਚੜਿਆ ਹੈ ਉਹ ਦੁਬਾਰਾ ਸੰਸਾਰ ਵਿੱਚ ਜਨਮ ਲੈ ਕੇ ਨਹੀਂ ਆਉਂਦੇ, ਵਾਰ-ਵਾਰ ਭਵਜਲ ਦੇ ਚੱਕਰ ਵਿੱਚ ਨਹੀਂ ਪੈਂਦੇ ਹਨ। ਮਾਇਆ ਮੋਹ ਸਭ ਬਰਲ ਹੈ, ਦੂਜੇ ਭਾਏ ਖੁਆਈ ਰਾਮ। ਮਾਇਆ ਦਾ ਮੋਹ ਹੈ ਨਾ, ਇਹ ਬਰਲ ਹੈ। ਬਰਲ ਤੋਂ ਭਾਵ ਹੁੰਦਾ ਹੈ ਸ਼ੁਦਾਈ ਪੁਣਾ, ਕਮਲਾ ਪੁਣਾ। ਮਾਇਆ ਦਾ ਮੋਹ ਬੰਦੇ ਨੂੰ ਸ਼ੁਦਾਈ ਕਰਨ ਵਾਲਾ, ਝੱਲਾ ਕਰਨ ਵਾਲਾ, ਕਮਲਾ ਕਰਨ ਵਾਲਾ ਹੈ। ਮਾਇਆ ਮੋਹ ਸਭ ਬਰਲ ਹੈ। ਜਿਹਨੇ ਮਾਇਆ ਦਾ ਮੋਹ ਕੀਤਾ ਉਹ ਸ਼ੁਦਾਈ ਹੋਇਆ ਫਿਰਦਾ, ਕਮਲਾ ਹੋਇਆ ਫਿਰਦਾ, ਝੱਲਾ ਹੋਇਆ ਫਿਰਦਾ ਹੈ। ਝੱਲੇ ਬੰਦੇ ਨੂੰ ਪਤਾ ਨਹੀਂ ਹੈ ਮੈਂ ਕੀ ਕਰਦਾ ਪਿਆ ਤੇ ਕੀ ਨਹੀਂ ਕਰਦਾ ਪਿਆ। ਝੱਲੇ ਬੰਦੇ ਨੂੰ ਇਹ ਨਹੀਂ ਪਤਾ ਵੀ ਦੁੱਖ ਦੇ ਵੇਲੇ ਰੋਣਾ ਹੈ, ਉਹ ਦੁੱਖ ਦੇ ਵੇਲੇ ਵੀ ਹੱਸੀ ਜਾਂਦਾ ਹੈ। ਝੱਲੇ ਨੂੰ ਇਹ ਨਹੀਂ ਪਤਾ ਵੀ ਖੁਸ਼ੀ ਦੇ ਸਮੇਂ ਹੱਸਣਾ, ਖੁਸ਼ੀ ਦੇ ਸਮੇਂ ਵੀ ਰੋਈ ਜਾਂਦਾ ਹੈ। ਝੱਲੇ ਨੂੰ ਆਪਣੇ ਆਪ ਦਾ ਪਤਾ ਨਹੀਂ ਰਹਿੰਦਾ ਮੈਂ ਗਲ ਵਿੱਚ ਕੀ ਪਾਇਆ, ਮੈਂ ਕਿਵੇਂ ਸੁੱਤਾ ਹਾਂ, ਕੌਣ ਵੱਡਾ ਕੌਣ ਛੋਟਾ, ਸ਼ੁਦਾਈ ਜੂ ਹੋਇਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਮਾਇਆ ਵੀ ਬੰਦੇ ਨੂੰ ਸ਼ੁਦਾਈ ਕਰ ਦਿੰਦੀ, ਕਮਲਾ ਕਰ ਦਿੰਦੀ ਹੈ। ਮਾਇਆ ਦੇ ਨਸ਼ੇ ਵਿੱਚ ਇਹੋ ਜਿਹਾ ਕਰਮ ਕਰਦਾ, ਇਹੋ ਜਿਹੀਆਂ ਕਰਤੂਤਾਂ ਕਰਦਾ, ਇਹੋ ਜਿਹੀਆਂ ਲੜਾਈਆਂ ਤੇ ਝਗੜੇ ਤੇ ਫਸਾਦ ਲੋਕਾਂ ਨਾਲ ਬਣਾਉਂਦਾ ਹੈ, ਕਿਉਂਕਿ ਮਾਇਆ ਨੇ ਇਸ ਨੂੰ ਸ਼ੁਦਾਈ ਕਰ ਛੱਡਿਆ ਹੈ, ਝੱਲਾ ਬਣਾ ਛੱਡਿਆ ਹੈ। ਮਾਇਆ ਮੋਹ ਸਭ ਬਰਲ ਹੈ। ਮਾਇਆ ਦਾ ਮੋਹ ਕਰਨਾ ਬਰਲ ਕਹੀਏ ਸ਼ੁਦਾਈ ਪੁਣਾ ਹੀ ਹੈ, ਕਮਲਾ ਪੁਣਾ ਹੀ ਹੈ। ਦੂਜੇ ਭਾਏ ਖੁਆਈ ਰਾਮ। ਇਹ ਭਾਈ ਜਿਹੜੇ ਦਵੈਤ ਭਾਵ ਵਿੱਚ ਲੱਗੇ ਨੇ ਉਹ ਖੁਆਈ ਕਹੀਏ ਖਰਾਬ ਹੀ ਹੁੰਦੇ ਨੇ, ਦੁਖੀ ਹੁੰਦੇ ਹਨ। ਮਾਤਾ ਪਿਤਾ ਸਭ ਹੇਤ ਹੈ, ਹੇਤੇ ਪਲਚਾਈ ਰਾਮ। ਮਾਇਆ ਹੈ ਨਾ, ਇਸ ਨੇ ਮਾਂ ਪਿਓ ਦਾ ਹੇਤ ਬਣਾ ਦਿੱਤਾ, ਮਾਂ ਪਿਓ ਦੇ ਵਿੱਚ ਮੋਹ ਪਾ ਦਿੱਤਾ ਹੈ। ਮਨੁੱਖ ਆਪਣੀ ਮਾਤਾ ਦੇ ਨਾਲ ਜਾਂ ਜੀਵ ਆਪਣੀ ਮਾਂ ਦੇ ਨਾਲ ਮੋਹ ਤਾਂ ਕਰਦਾ, ਉਹ ਖਾਣ ਵਾਸਤੇ ਦਿੰਦੀ ਹੈ, ਉਹ ਪਾਲਦੀ ਹੈ। ਆਪਣੇ ਬਾਪ ਦੇ ਨਾਲ ਮੋਹ ਤਾਂ ਕਰਦਾ, ਉਹਦੀ ਧਨ ਦੌਲਤ ਜ਼ਮੀਨ ਜਾਇਦਾਦ ਉਹ ਸਾਰੀ ਮਿਲ ਜਾਣੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਤਾ ਪਿਤਾ ਸਭ ਹੇਤ ਹੈ। ਮਾਂ ਪਿਓ ਇਹ ਸਭ ਕੁਝ ਹੇਤ ਕਹੀਏ ਮੋਹ ਹੀ ਹੈ ਸਾਡਾ ਪਦਾਰਥਾਂ ਵਾਸਤੇ। ਮਾਂ ਨਾਲ ਮੋਹ ਤਾਂ ਕੀਤਾ, ਉਹਨੇ ਜੰਮਿਆ ਪਾਲਿਆ, ਉਹਨੇ ਖਿਲਾਇਆ ਹੈ। ਬਾਪ ਨਾਲ ਮੋਹ ਤਾਂ ਕੀਤਾ, ਉਹਦਾ ਧਨ ਸਾਰਾ ਕੁਝ ਸਾਡੇ ਕੋਲ ਆ ਜਾਣ ਵਾਲਾ ਹੈ। ਇਹ ਮਾਂ ਬਾਪ ਵੀ ਕਹਿੰਦੇ ਮੋਹ ਦਾ ਮੁੱਢ ਨੇ, ਮਨੁੱਖ ਇਹਨਾਂ ਵਿੱਚ ਹੀ ਬੱਝਾ ਰਹਿੰਦਾ ਹੈ। ਤੇ ਹੇਤੇ ਪਲਚਾਈ ਰਾਮ। ਸਾਰੀ ਸ੍ਰਿਸ਼ਟੀ ਹੇਤ ਵਿੱਚ ਮੋਹ ਦੇ ਵਿੱਚ ਪਲਚੀ ਹੋਈ, ਫਸੀ ਹੋਈ ਹੈ। ਕਿਸੇ ਨੂੰ ਮਾਂ ਦਾ ਮੋਹ ਹੈ, ਬਾਪ ਦਾ ਮੋਹ ਹੈ, ਭੈਣ ਦਾ, ਭਰਾ ਦਾ, ਰਿਸ਼ਤੇਦਾਰੀਆਂ ਦਾ, ਸਾਕ ਸੰਬੰਧੀਆਂ ਦਾ, ਆਪਣੇ ਘਰ-ਬਾਰ ਦਾ, ਜ਼ਮੀਨ ਜਾਇਦਾਦ ਦਾ, ਧਨ ਪਦਾਰਥਾਂ ਦਾ। ਇਹ ਸਾਰੇ ਮੋਹ ਮਨੁੱਖ ਨੂੰ ਪਲਚਾ ਕੇ ਰੱਖਦੇ, ਫਸਾ ਕੇ ਰੱਖਦੇ, ਸੰਸਾਰ ਵਿੱਚ ਦੁਨੀਆ ਤੋਂ ਨਿਕਲ ਨਹੀਂ ਦਿੰਦੇ ਹਨ। ਹੇਤੇ ਪਲਚਾਈ ਪੁਰਬ ਕਮਾਈ, ਮੇਟ ਨਾ ਸਕਾ ਕੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਰੀ ਦੁਨੀਆ ਹੇਤ ਵਿੱਚ ਮੋਹ ਵਿੱਚ ਪਲਚਾਈ ਹੋਈ ਹੈ। ਦੁਨੀਆ ਦੇ ਵਿੱਚ ਇੱਕ ਜਮਦਗਨੀ ਨਾਮ ਦਾ ਰਖੀ ਹੋਇਆ ਤੇ ਸਹੰਸਰ ਬਾਹੂ ਨਾਮ ਦਾ ਇੱਕ ਰਾਜਾ ਹੋਇਆ। ਇੱਕ ਸਮਾਂ ਇਹੋ ਜਿਹਾ ਆ ਗਿਆ, ਦੋਨਾਂ ਵਿੱਚ ਲੜਾਈ ਹੋ ਗਈ, ਰਿਖੀ ਦੇ ਵਿੱਚ ਤੇ ਰਾਜੇ ਦੇ ਵਿੱਚ। ਹੁਣ ਰਾਜੇ ਕੋਲ ਫੌਜ ਹੈ, ਤਾਕਤ ਹੈ, ਬਾਲ ਹੈ, ਹਥਿਆਰ ਨੇ। ਰਿਖੀ ਕੋਲ ਵਿਚਾਰੇ ਕੋਲ ਕੀ ਹੈ? ਸਹੰਸਰ ਬਾਹੂ ਨੇ ਜਮਦਗਨੀ ਰਿਖੀ ਨੂੰ ਮਾਰ ਦਿੱਤਾ ਆਪਣੀ ਫੌਜ ਦੇ ਜ਼ੋਰ ਨਾਲ। ਸਾਖੀ ਬੜੀ ਲੰਮੀ ਹੈ, ਬਸ ਆਪਾਂ ਟੂਕ ਮਾਤਰ ਸਰਵਣ ਕਰ ਰਹੇ ਹਾਂ। ਜਦੋਂ ਜਮਦਗਨੀ ਰਿਖੀ ਮਰਿਆ, ਇਹਦੀ ਘਰਵਾਲੀ ਨੇ ਵੈਣ ਪਾਏ, ਰੋਈ, ਮੇਰੇ ਪਤੀ ਨੂੰ ਜਿਹਨੇ ਮਾਰਿਆ ਬੜਾ ਮਾੜਾ ਕੀਤਾ। ਹੁਣ ਜਮਦਗਨੀ ਰਿਖੀ ਦਾ ਪੁੱਤਰ ਹੈ, ਪਰਸਰਾਮ ਉਹਦਾ ਨਾਮ ਹੈ, ਲੋਕੀ ਪਰਸੂਰਾਮ ਵੀ ਕਹਿੰਦੇ। ਤੇ ਜਦੋਂ ਇਹਨੂੰ ਪਤਾ ਲੱਗਾ ਵੀ ਮੇਰੇ ਬਾਪ ਨੂੰ ਮਾਰਿਆ, ਜੰਗਲ ਵਿੱਚ ਬੈਠਾ ਸੀ ਤਪ ਕਰਦਾ, ਭੱਜਿਆ ਜੰਗਲ ਦੇ ਵਿੱਚੋਂ ਸਿੱਧਾ ਘਰ ਨੂੰ ਆਇਆ। ਆਪਣੀ ਮਾਂ ਨੂੰ ਪਿੱਟਦੇ ਵੇਖਿਆ, ਪੁੱਛਿਆ ਕੀ ਗੱਲ ਹੈ? ਕਹਿਣ ਲੱਗੀ ਵੀ ਰਾਜੇ ਨੇ ਤੇਰੇ ਬਾਪ ਨੂੰ ਮਾਰ ਦਿੱਤਾ ਹੈ, ਛਤਰੀਆਂ ਨੇ ਤੇਰੇ ਬਾਪ ਨੂੰ ਮਾਰ ਦਿੱਤਾ ਹੈ। ਤੇ ਪਰਸੂਰਾਮ ਨੂੰ ਮੋਹ ਵੀ ਹੈ ਮਨ ਦੇ ਵਿੱਚ ਤੇ ਗੁੱਸਾ ਵੀ ਹੈ। ਉਸੇ ਵੇਲੇ ਪ੍ਰਣ ਕੀਤਾ, ਸਹੁੰ ਖਾਧੀ। ਕਹਿਣ ਲੱਗਾ ਵੀ 21 ਵਾਰੀ ਮੇਰੀ ਮਾਂ ਨੇ ਆਪਣੇ ਆਪ ਨੂੰ ਪਿੱਟਿਆ ਹੈ, ਆਪਣੇ ਹੱਥ
21 ਵਾਰੀ ਆਪਣੇ ਸਰੀਰ ਦੇ ਨਾਲ ਮਾਰੇ ਨੇ। 7 ਹੱਥ ਪੱਟਾਂ ਤੇ, 7 ਹੱਥ ਆਪਣੀ ਹਿੱਕ ਤੇ, 7 ਹੱਥ ਆਪਣੇ ਸਿਰ ਤੇ ਮਾਰੇ ਨੇ। 21 ਵਾਰੀ ਮੇਰੀ ਮਾਂ ਨੇ ਮੇਰੇ ਪਿਤਾ ਨੂੰ ਪਿੱਟਿਆ ਹੈ, ਰੋਈ ਹੈ, ਖਪੀ ਹੈ। ਹੁਣ ਮੈਂ 21 ਵਾਰੀ ਇਹਨਾਂ ਨੂੰ ਖਤਮ ਕਰਾਂਗਾ, 21 ਵਾਰੀ ਇਹਨਾਂ ਦਾ ਨਾਸ ਕਰਾਂਗਾ। ਇੱਕ ਵਾਰੀ ਨਾਸ ਕਰਾਂਗਾ, ਇਹ ਫਿਰ ਪੈਦਾ ਹੋਣਗੇ, ਦੂਜੀ ਵਾਰੀ ਫਿਰ ਨਾਸ ਕਰਾਂਗਾ, ਫਿਰ ਪੈਦਾ ਹੋਣਗੇ, ਤੀਜੀ ਵਾਰੀ ਫਿਰ ਨਾਸ ਕਰਾਂਗਾ। 21 ਵਾਰੀ ਇਹਨਾਂ ਦੀਆਂ ਕੁੱਲਾਂ ਖਤਮ ਕਰਾਂਗਾ। ਮੇਰੀ ਮਾਂ ਨੇ 21 ਵਾਰੀ ਪਿੱਟਿਆ ਮੇਰੇ ਬਾਪ ਨੂੰ, ਦੁਖੀ ਹੋਈ ਹੈ। ਇਸੇ ਤਰ੍ਹਾਂ ਹੀ ਕੀਤਾ, ਜਿਹੜੀ ਗੱਲ ਕਹੀ ਪੂਰੀ ਕਰਕੇ ਰੱਖੀ। 21 ਵਾਰੀ ਜੰਗ ਕਰਕੇ ਛਤਰੀਆਂ ਦਾ ਨਾਸ ਕੀਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਰਸ਼ੂਰਾਮ ਵਰਗੇ ਵੀ ਮਾਂ ਬਾਪ ਦੇ ਮੋਹ ਦੇ ਵਿੱਚ ਲੱਗ ਕੇ ਦੁਨੀਆ ਨਾਲ ਲੜਦੇ ਹੀ ਰਹੇ, ਦੁਨੀਆ ਨੂੰ ਮਾਰਦੇ ਹੀ ਰਹੇ। ਤੇ ਜੇ ਸਮਝ ਵਾਲਾ, ਗਿਆਨ ਵਾਲਾ, ਤੇ ਫਿਰ ਸਮਝ ਜਾਂਦਾ ਨਾ ਮਰਨਾ ਤੇ ਹੈ, ਦੁਨੀਆ ਤੋਂ ਜਾਣਾ ਤੇ ਹੈ। ਮਹਾਰਾਜ ਕਹਿਣ ਲੱਗੇ, ਹਿੱਤੇ ਪਲਚਾਈ ਪੁਰਬ ਕਮਾਈ। ਤੇਰੇ ਪਿਛਲੇ ਲੇਖਾਂ ਜੋਖਾਂ ਦੇ ਹਿਸਾਬ ਦੇ ਨਾਲ ਤੈਨੂੰ ਮਾਂ ਬਾਪ ਮਿਲੇ ਨੇ, ਪਿਛਲੇ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਲੈਣਾ। ਉਹਨਾਂ ਦੇ ਘਰ ਵਿੱਚ ਤੂੰ ਮਾਂ ਬਾਪ, ਭੈਣ ਭਰਾ ਬਣਿਆ, ਜਿਨ੍ਹਾਂ ਨਾਲ ਤੇਰਾ ਕੋਈ ਹਿਸਾਬ ਰਹਿੰਦਾ। ਪਰ ਤੂੰ ਇੱਥੇ ਆ ਕੇ ਪਲਚ ਗਿਆ, ਫਸ ਗਿਆ। ਆਪਣੀ ਮਾਂ ਦਾ ਦੁੱਖ, ਬਾਪ ਦਾ ਦੁੱਖ, ਭੈਣਾਂ ਭਰਾਵਾਂ ਦਾ ਦੁੱਖ, ਸਾਕ ਸੰਬੰਧੀਆਂ ਦਾ ਦੁੱਖ ਵੇਖ ਨਹੀਂ ਪਾਉਂਦਾ। ਉਹਨਾਂ ਦਾ ਦੁੱਖ ਦੂਰ ਕਰਨ ਵਾਸਤੇ ਫਿਰ ਦੂਜਿਆਂ ਦਾ ਵੀ ਮਾੜਾ ਕਰਦਾ, ਦੂਜਿਆਂ ਨੂੰ ਵੀ ਦੁੱਖ ਦਿੰਦਾ। ਪਾਤਸ਼ਾਹ ਕਹਿਣ ਲੱਗੇ, ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਇਸੇ ਤਰ੍ਹਾਂ ਮੋਹ ਦੇ ਵਿੱਚ ਫਸ ਕੇ ਪਾਪ ਨੂੰ ਕਮਾਉਂਦੀ ਹੈ। ਮੇਟ ਨਾ ਸਕੈ ਕੋਈ, ਇਸ ਗੱਲ ਨੂੰ ਕੋਈ ਮਿਟਾ ਨਹੀਂ ਸਕਦਾ, ਮੋਹ ਨੂੰ ਕੋਈ ਖਤਮ ਨਹੀਂ ਕਰ ਸਕਦਾ। ਸਾਰੀ ਸ੍ਰਿਸ਼ਟੀ ਮੋਹ ਵਿੱਚ ਲੱਗੀ ਹੋਈ ਹੈ। ਜਿਨ ਸ੍ਰੇਸ਼ਟ ਸਾਜੀ ਸੋ ਕਰ ਵੇਖੇ, ਤਿਸ ਜੇ ਵਡਿਆਵਰ ਨਾ ਕੋਈ। ਜਿਸਨੇ ਸ੍ਰਿਸ਼ਟੀ ਸਾਜੀ ਬਣਾਈ ਹੈ, ਉਹ ਕਰ ਕਰਕੇ ਸ੍ਰਿਸ਼ਟੀ ਆਪਣੀ ਨੂੰ ਬਣਾ ਬਣਾ ਕੇ ਵੇਖਦਾ ਹੈ। ਉਹਦੇ ਵਰਗਾ, ਪਰਮਾਤਮਾ ਵਰਗਾ ਕੋਈ ਦੂਜਾ ਹੋਰ ਵੱਡਾ ਨਹੀਂ ਹੈ। ਮਨਮੁਖ ਅੰਧਾ ਤਪ ਤਪ ਖਪੈ, ਬਿਨ ਸ਼ਬਦੇ ਸ਼ਾਂਤ ਨਾ ਆਈ। ਮਨਮੁਖ ਲੋਕ ਜਿਹੜੇ ਨੇ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਤਪ ਤਪ ਕੇ, ਖਪ ਖਪ ਕੇ ਮਰਦੇ ਜਾ ਰਹੇ। ਮਨਮੁਖ ਬੰਦੇ ਨੂੰ ਮਾਇਆ ਦੀ ਤ੍ਰਿਸ਼ਨਾ ਲੱਗੀ ਹੈ, ਹੋਰ ਮਿਲ ਜਾਵੇ, ਹੋਰ ਮਿਲ ਜਾਵੇ, ਹੋਰ ਮਿਲ ਜਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਸ ਤ੍ਰਿਸ਼ਨਾ ਦੀ ਅੱਗ ਨੇ ਸਾੜ ਸਾੜ ਕੇ ਖਪਾ ਛੱਡਿਆ ਮਨਮੁਖ ਬੰਦੇ। ਕਿਸੇ ਨੂੰ ਦੁਨੀਆ ਦੀ ਮਾਇਆ ਚਾਹੀਦੀ ਹੈ, ਕਿਸੇ ਨੂੰ ਦੁਨੀਆ ਦੀ ਵਡਿਆਈ ਚਾਹੀਦੀ ਹੈ, ਕਿਸੇ ਨੂੰ ਦੁਨੀਆ ਦੇ ਸੁੱਖ ਚਾਹੀਦੇ, ਤੇ ਖਪ ਖਪ ਕੇ ਖਤਮ ਹੋ ਗਏ। ਬਿਨ ਸ਼ਬਦੈ ਸ਼ਾਂਤ ਨਾ ਆਈ। ਜਿੰਨਾ ਚਿਰ ਉਪਦੇਸ਼ ਗੁਰੂ ਦਾ ਨਹੀਂ ਲੈਂਦੇ, ਉਹਨਾਂ ਚਿਰ ਸ਼ਾਂਤੀ ਨਹੀਂ ਆਉਣੀ, ਉਹਨਾਂ ਚਿਰ ਮਨ ਸ਼ਾਂਤ ਨਹੀਂ ਹੁੰਦਾ ਹੈ। ਨਾਨਕ ਬਿਨ ਨਾਮੇ ਸਭ ਕੋਈ ਭੁੱਲਾ, ਮਾਇਆ ਮੋਹ ਖੁਆਈ। ਨਾਮ ਤੋਂ ਬਿਨਾ ਸਾਰੀ ਸ੍ਰਿਸ਼ਟੀ ਭੁੱਲੀ ਹੋਈ ਹੈ। ਨਾਮ ਤੋਂ ਬਿਨਾ ਸਾਰੀ ਸ੍ਰਿਸ਼ਟੀ ਭੁੱਲ ਗਈ ਹੈ ਪਰਮੇਸ਼ਰ ਨੂੰ। ਨਾਨਕ ਬਿਨ ਨਾਵੈ ਸਭ ਕੋਈ ਭੁੱਲਾ। ਨਾਮ ਨਹੀਂ ਜਪਿਆ, ਸਾਰੇ ਭੁੱਲੇ ਬੈਠੇ ਪਰਮਾਤਮਾ ਨੂੰ। ਇਹ ਮਾਇਆ ਦਾ ਮੋਹ ਜਿਹੜਾ ਦੁਨੀਆ ਨੂੰ ਖੁਆਈ ਕਹੀਏ, ਖਰਾਬ ਕਰਨ ਵਾਲਾ। ਮਾਇਆ ਦਾ ਮੋਹ ਦੁਨੀਆ ਨੂੰ ਆਪਣੇ ਵਿੱਚ ਬੰਨ੍ਹਣ ਵਾਲਾ ਹੈ। ਐਸੇ ਮਾਇਆ ਦੇ ਮੋਹ ਵਿੱਚ ਦੁਨੀਆ ਲੱਗੀ ਹੋਈ ਹੈ। ਇਹ ਜਗ ਜਲਤਾ ਦੇਖ ਕੇ ਭੱਜ ਪਏ, ਹਰ ਸਰਨਾਈ ਰਾਮ। ਸਰਦਿਆਂ ਹੋਇਆਂ ਵਕਾਰਾਂ ਦੀ ਅੱਗ ਦੇ ਵਿੱਚ ਭੱਜ ਕੇ ਰਾਮ ਰੂਪ ਗੁਰੂ ਦੀ ਸ਼ਰਨ ਵਿੱਚ ਪੈਣਾ ਕਰ। ਅਰਦਾਸ ਕਰੀ ਗੁਰ ਪੂਰੇ ਆਗੈ, ਰੱਖ ਲੇਵੋ ਦੇਹੋ ਵਡਾਈ ਰਾਮ। ਗੁਰਾਂ ਦੇ ਅੱਗੇ ਅਰਦਾਸ ਕਰ, ਮਹਾਰਾਜ ਰੱਖ ਲਓ, ਤੇ ਰੱਖਣ ਦੀ, ਮੈਨੂੰ ਰੱਖਣ ਦੀ ਆਪ ਜੀ ਵਡਿਆਈ ਬਖਸ਼ਿਸ਼ ਕਰੋ। ਮੈਨੂੰ ਰੱਖ ਕੇ ਦੁਨੀਆ ਤੋਂ ਬਚਾ ਕੇ, ਤੇ ਐਸੀ ਮੇਰੇ ਤੇ ਕਿਰਪਾ ਕਰੋ। ਦੇਹੋ ਵਡਾਈ ਰਾਮ, ਮੈਨੂੰ ਸੰਸਾਰ ਦੇ ਵਿੱਚ ਨਾਮ ਜਪਣ ਦੀ ਵਡਿਆਈ ਬਖਸ਼ਿਸ਼ ਕਰੋ। ਰੱਖ ਲੇਵੋ ਸਰਨਾਈ, ਹਰ ਨਾਮ ਵਡਾਈ, ਤੁਧ ਜੇ ਵਡਿਆ ਵਰਨਾ ਦਾਤਾ। ਇਹ ਅਕਾਲ ਪੁਰਖ ਤੇਰੇ ਜਿੱਡਾ ਕੋਈ ਵੱਡਾ ਨਹੀਂ ਹੈ। ਇੱਕ ਇਸ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਮੈਨੂੰ ਨਾਮ ਦੀ ਦਾਤ ਦੇ ਕੇ ਰੱਖ ਲਓ, ਇਹ ਮੈਨੂੰ ਆਪ ਜੀ ਵਡਿਆਈ ਬਖਸ਼ਿਸ਼ ਕਰੋ। ਸਾਚੇ ਲਾਗੇ ਸੇਵਡ ਭਾਗੇ, ਜੁਗ ਜੁਗ ਏਕੋ ਜਾਤਾ। ਸੇਵਾ ਲਾਗੇ, ਮਹਾਰਾਜ ਕਹਿੰਦੇ ਜਿਹੜੇ ਸੇਵਾ ਵਿੱਚ ਲੱਗੇ ਨੇ ਉਹ ਵੱਡ ਭਾਗੇ, ਵੱਡਿਆਂ ਭਾਗਾਂ ਵਾਲੇ। ਵੱਡਿਆਂ ਭਾਗਾਂ ਬਿਨਾਂ ਸੇਵਾ ਨਹੀਂ ਹੁੰਦੀ, ਵੱਡਿਆਂ ਭਾਗਾਂ ਬਿਨਾਂ ਸਿਮਰਨ ਨਹੀਂ ਹੁੰਦਾ। ਵੱਡਿਆਂ ਭਾਗਾਂ ਵਾਲੇ ਸੇਵਾ ਵਿੱਚ ਲੱਗੇ ਨੇ। ਸੇ ਵੱਡ ਭਾਗੇ, ਉਹ ਨੇ ਵੱਡੇ ਭਾਗਾਂ ਵਾਲੇ, ਜਿਨ੍ਹਾਂ ਨੇ ਜੁਗਾਂ ਜੁਗਾਂ ਵਿੱਚ ਇੱਕ ਪਰਮਾਤਮਾ ਨੂੰ ਸਾਰਿਆਂ ਥਾਵਾਂ ਤੇ ਜਾਣਿਆ ਹੈ। ਜਤ ਸਤ ਸੰਜਮ ਕਰਮ ਕਮਾਵੈ, ਬਿਨ ਗੁਰ ਗਤ ਨਹੀਂ ਪਾਈ। ਜਤ ਸਤ ਪੁੰਨ ਦਾਨ ਚੰਗੇ ਕਰਮ ਜਿੰਨੇ ਮਰਜ਼ੀ ਕਰ ਲਾ, ਪਰ ਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲਣੀ। ਇਹ ਗੱਲ ਪੱਲੇ ਬੰਨ੍ਹ ਲਾ ਵੀ ਜਤ ਵੀ ਰੱਖਿਆ, ਜਤ ਰੱਖਿਆ, ਮੈਂ ਵਿਆਹ ਨਹੀਂ ਕਰਾਉਣਾ ਹੈ,
ਸਤ ਰੱਖਿਆ ਹੋਇਆ, ਸੰਜਮ ਰੱਖਿਆ ਹੋਇਆ, ਅੱਖਾਂ ਨੂੰ ਆਪਣੇ ਕਹਿਣੇ ਵਿੱਚ, ਮਨ ਨੂੰ ਆਪਣੇ ਕਹਿਣੇ ਵਿੱਚ, ਕੰਨਾਂ ਨੂੰ ਆਪਣੇ ਕਹਿਣੇ ਵਿੱਚ, ਜੋ ਮੈਂ ਕਹਿੰਦਾ ਕੰਨ ਉਹ ਸੁਣਨਗੇ। ਸੰਜਮ ਵੀ ਕਰ ਲਿਆ, ਪੁੰਨ ਦਾਨ ਵੀ ਕਰ ਲਿਆ। ਪਰ ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਕਿ ਬਿਨ ਗੁਰ ਗਤ ਨਾ ਪਾਈ। ਜਿੰਨਾ ਚਿਰ ਗੁਰੂ ਧਾਰਨ ਨਹੀਂ ਕਰਦਾ ਉਹਨਾਂ ਚਿਰ ਮੁਕਤੀ ਨਹੀਂ ਹੋਣੀ। ਨਾ ਜਤ ਰੱਖਣ ਨਾਲ, ਨਾ ਸਤ ਰੱਖਣ ਨਾਲ, ਨਾ ਸੰਜਮ ਰੱਖਣ ਦੇ ਨਾਲ। ਮੁਕਤੀ ਗੁਰੂ ਕਿਰਪਾ ਨਾਲ ਹੁੰਦੀ। ਇਸ ਕਰਕੇ ਗੁਰੂ ਨੂੰ ਪਾਉਣਾ ਕਰ। ਨਾਨਕ ਤਿਸਨੋ ਸ਼ਬਦ 부ਝਾਏ, ਜੋ ਜਾਏ ਪਵੇ ਹਰ ਸਰਣਾਈ। ਜਿਹੜੇ ਹਰੀ ਸਰੂਪ ਸਤਿਗੁਰਾਂ ਦੀ ਸ਼ਰਨ ਵਿੱਚ ਪੈਂਦੇ ਨੇ, ਸਤਿਗੁਰੂ ਉਹਨਾਂ ਨੂੰ ਸ਼ਬਦ ਦੀ ਦਾਤ ਬਖਸ਼ਿਸ਼ ਕਰਦੇ। ਜਿਨ੍ਹਾਂ ਨੇ ਸ਼ਬਦ ਜਪਿਆ, ਸ਼ਬਦ ਪੜ੍ਹਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਬੁਝਾਏ ਕਹੀਏ, ਫਿਰ ਗਿਆਨ ਦਿੰਦੇ, ਸੋਝੀ ਦਿੰਦੇ ਨੇ। ਸੋਝੀ ਦੇ ਕੇ ਸੰਸਾਰ ਤੋਂ ਬਚਾ ਲੈਂਦੇ ਹਨ। ਜੋ ਹਰ ਮਤ ਦੇ ਸਾ ਉਪਜੇ, ਹੋਰ ਮਤ ਨ ਕਾਈ RAM। ਸਤਿਗੁਰੂ ਪਾਤਸ਼ਾਹ ਕਹਿੰਦੇ ਪਰਮਾਤਮਾ ਜੋ ਮਤ ਦਿੰਦਾ ਹੈ ਨਾ, ਸਾਡੇ ਮਨ ਵਿੱਚ, ਸਾਡੇ ਦਿਮਾਗ ਵਿੱਚ ਉਹੀ ਮਤ ਪੈਦਾ ਹੁੰਦੀ ਹੈ। ਸਾਡੇ ਆਪਣੇ ਵੱਸ ਵਿੱਚ ਕੁਝ ਨਹੀਂ ਹੈ। ਜੇ ਉਹਨੇ ਚੰਗੀ ਮਤ ਦੇ ਕੇ ਨਾਮ ਵਾਲੇ ਪਾਸੇ ਜੋੜਨਾ, ਉਹਨੇ ਮਤ ਹੀ ਉਹ ਦੇ ਦੇਣੀ ਹੈ। ਜੇ ਮਾੜੇ ਕਰਮ ਵਾਲੇ ਪਾਸੇ ਜਾਣਾ ਤਾਂ ਮਤ ਉਹੋ ਜਿਹੀ ਦੇ ਦਿੰਦਾ ਹੈ। ਜੋ ਹਰ ਮਤ ਦੇ, ਪਰਮਾਤਮਾ ਜਿਹੋ ਜਿਹੀ ਮਤ ਦੇਣੀ ਚਾਹੇ, ਸਾ ਉਪਜੈ, ਉਹੀ ਮਤੀ ਸਾਡੇ ਦਿਮਾਗ ਵਿੱਚ ਪੈਦਾ ਹੁੰਦੀ ਹੈ। ਹੋਰਤ ਮਤ ਨ ਕਾਈ RAM ਤੋਂ ਬਿਨਾ, ਰੱਬ ਤੋਂ ਬਿਨਾ ਹੋਰ ਕੋਈ ਦੂਜਾ ਮਤ ਦੇਣ ਵਾਲਾ ਨਹੀਂ ਹੈ। ਅੰਤਰ ਬਾਹਰ ਏਕ ਤੂੰ ਆਪੇ, ਦੇਹ 부ਝਾਈ RAM। ਅੰਦਰ ਬਾਹਰ ਇੱਕ ਤੂੰ, ਪਰਮਾਤਮਾ ਤੂੰ ਹੀ ਅੰਦਰ ਤੇ ਬਾਹਰ ਇੱਕ ਹੈ। ਸਾਡੇ ਘਰ ਵਿੱਚ, ਸਾਰੇ ਸੰਸਾਰ ਵਿੱਚ, ਸਾਡੇ ਸਰੀਰ ਦੇ ਅੰਦਰ, ਸਾਡੇ ਸਰੀਰ ਤੋਂ ਬਾਹਰ, ਸਾਰਿਆਂ ਥਾਵਾਂ ਤੇ ਤੂੰ ਆਪ ਹੀ ਹੈ। ਆਪੇ ਦੇਹ 부ਝਾਈ RAM, ਆਪ ਹੀ ਗੁਰਮੁਖਾਂ ਨੂੰ ਸੋਝੀ ਬਖਸ਼ਿਸ਼ ਕਰਦਾ ਹੈ। ਆਪੇ ਦੇਹ 부ਝਾਈ ਅਵਰ ਨਾ ਭਾਈ, ਗੁਰਮੁਖ ਹਰ ਰਸ ਚਾਖਿਆ। ਜਿਨ੍ਹਾਂ ਤੂੰ ਆਪ ਬੁਝਾਰਤ ਬੁਝਾਉਂਦਾ ਹੈ, ਜਿਨ੍ਹਾਂ ਨੂੰ ਆਪ ਸੋਝੀ ਬਖਸ਼ਿਸ਼ ਕਰਦਾ ਹੈ, ਉਹ ਤੇ ਬਚ ਜਾਂਦੇ। ਅਵਰ ਨਾ ਭਾਈ, ਤੇਰੇ ਤੋਂ ਬਿਨਾ ਹੋਰ ਕੋਈ ਦੂਜਾ ਸਮਝਾਉਣ ਵਾਲਾ ਹੈ ਹੀ ਨਹੀਂ। ਗੁਰਮੁਖਾਂ ਨੇ ਹਰੀ ਨਾਮ ਨੂੰ ਚਖਿਆ, ਹਰੀ ਨਾਮ ਨੂੰ ਜਪਿਆ ਹੈ। ਦਰ ਸਾਚੇ ਸਦਾ ਹੈ ਸਾਚਾ, ਸਾਚੇ ਸ਼ਬਦ ਸੁਭਾਖਿਆ। ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਦਰ ਸੱਚ ਹੈ। ਅਕਾਲ ਪੁਰਖ ਦਾ ਜਿਹੜਾ ਦਰ ਦਰਗਾਹ ਹੈ ਨਾ, ਉਹ ਸੱਚੀ ਦਰਗਾਹ ਹੈ ਪਰਮੇਸ਼ਰ ਦੀ। ਸੱਚੀ ਦਰਗਾਹ ਦੇ ਵਿੱਚ ਸੱਚ ਦਾ ਨਿਬੇੜਾ ਹੋਣਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦਰ ਸੱਚ ਹੈ, ਸਦਾ ਹੈ ਸਾਚਾ। ਉਹਦਾ ਦਰ ਭਾਈ ਸਦਾ ਵਾਸਤੇ ਸੱਚਾ, ਦਰਗਾਹ ਉਹਦੀ ਸਦਾ ਵਾਸਤੇ ਸੱਚੀ ਹੈ। ਸੱਚੇ ਉੱਥੇ ਫੈਸਲੇ ਹੁੰਦੇ। ਤੇ ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਸੁਭਾਖਿਆ ਕਹੀਏ, ਆਖਿਆ ਹੈ, ਜਿਨ੍ਹਾਂ ਨੇ ਸੱਚੇ ਸ਼ਬਦ ਦਾ ਨਾਮ ਜਪਿਆ ਹੈ, ਉਹ ਗੁਰਮੁਖ ਸੱਚ ਸ਼ਬਦ ਵਿੱਚ ਸਮਾ ਜਾਂਦੇ ਹਨ। ਘਰ ਮੈਂ ਨਿਜ ਕਰ ਪਾਇਆ, ਸਤਿਗੁਰ ਦੇ ਵਡਾਈ। ਉਹਨਾਂ ਨੇ ਅੰਤःਕਰਨ ਰੂਪੀ ਘਰ ਦੇ ਵਿੱਚ ਸਰੂਪ ਰੂਪੀ ਘਰ ਨੂੰ ਪਾ ਲਿਆ ਹੈ। ਇਹ ਸਤਿਗੁਰਾਂ ਨੇ ਉਹਨਾਂ ਨੂੰ ਵਡਿਆਈ ਬਖਸ਼ਿਸ਼ ਕੀਤੀ ਹੈ। ਇਹ ਵਡਿਆਈ ਵਾਲੇ ਉਹ ਗੁਰਮੁਖ ਬਣੇ ਨੇ ਜਿਨ੍ਹਾਂ ਨੇ ਸਰੂਪ ਰੂਪੀ ਘਰ ਨੂੰ ਆਪਣੇ ਅੰਤःਕਰਨ ਦੇ ਵਿੱਚ ਪ੍ਰਾਪਤ ਕੀਤਾ ਹੈ। ਨਾਨਕ ਜੋ ਨਾਮ ਰਤੇ, ਸਹੀ ਮਹਿਲ ਪਾਇਨ, ਮਤ ਪ੍ਰਵਾਨ ਸਜ ਸਾਈ। ਸਤਿਗੁਰੂ ਬਖਸ਼ਿਸ਼ ਕਰਦੇ ਜਿਹੜੇ ਨਾਮ ਦੇ ਵਿੱਚ ਰੰਗੇ ਗਏ, ਮਹਿਲ ਕਹੀਏ ਸਰੂਪ ਨੂੰ ਉਹ ਪਾਉਂਦੇ ਨੇ।